पाट की लाज। जैसी राखी भगत प्रहलाद की, हर नाकस फारे कर आज। फुन द्रौपदी लाज रखी हर प्रभ जी, छीनत बस्तर दीन बहु साज। सुदामा अपदा ते रखिया, गनका पड़त पूरे ते काज। श्री सतगुर सो प्रसन्न कल जुग होए, राखो दास पाट की लाज। सुकाओ टल गुर सेविय, ऐन सुसहज सुभाए। दर्शन परसै गुरु कै, जन्म मरण दुख जाए। होवै सिफत संबंधी, नूर अरसों कुरसों तुद डिठे सचे पातशाह। मल जन्म जन्म दी, तुद डिठे सचे पातशाह। मल जन्म जन्म दी कटिया। सतनाम श्री वाहिगुरु साहिब जीओ। माली गौड़ा महला पंजवा। एक ओंकार सतगुर प्रसाद। रे मन टहल हर सुख सार। अवर टहला झूठिया, नित करै जम सिर मार। रे मन टहल हर सुख सार। वाहिगुरु जी का खालसा, वाहिगुरु जी की फतेह। पतित पावन सतगुरु गरीब नवाज गुरु ग्रंथ साहिब जीआं दी पवित्र पावन हजूरी अंदर आप संगतां ने बैठ के गुरबाणी दे रस भिन्ने कीर्तन शब्द सरवण कीते। लड़ीवार कथा दे अंदर सतगुरु पातशाह इस वेले जो पवित्र उपदेश बख्शिश कर रहे ने, इस नूं सरवण करन दा आपां नूं ये समा प्राप्त होया है। मन दे ध्यान नूं टकाइए, भावना दे नाल अमृत बचन सरवण करिए। मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। माली गौड़ा महला पंजवा। माली गौड़ा राग 20 नंबर राग है गुरु ग्रंथ साहिब जी दे अंदर। 31 रागां दे विचों जे आपां 1 2 3 ਤੋਂ गिनती शुरू करिए तो ये 20 नंबर राग माली गौड़ा है। इस दे विच गुरु रामदास पातशाह और गुरु अर्जन देव महाराज जियां दी बाणी है। 6 शब्द गुरु रामदास महाराज जियां दे आपां सरवण कीते अते इसे तरह अगे 8 शब्द जिहड़े ने वो गुरु अर्जन देव पातशाह महाराज दे आ रहे ने। फिर ये राग संपूर्ण हो जाएगा। भगतां दी बाणी का भी शब्द आपां अगे सरवण करांगे। सो गुरु रामदास पातशाह की बाणी पिछे आपां सरवण कर लई है।
ਅੱਜ ਮਾਲੀ ਗੌੜਾ ਰਾਗ ਦੇ ਅੰਦਰ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਸ਼ਬਦ ਬਖਸ਼ਿਸ਼ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਨਿਰੰਕਾਰ ਵਾਹਿਗੁਰੂ ਜਿਸ ਦੇ ਕਈ ਨਾਮ ਨੇ, ਉਹ ਪਰਮਾਤਮਾ ਇੱਕ ਹੈ। ਮਹਾਰਾਜ ਕਹਿਣ ਲੱਗੇ ਉਹਦੇ ਵਰਗਾ ਦੂਜਾ ਕੋਈ ਹੈ ਹੀ ਨਹੀਂ ਹੈ। ਮੇਰੇ ਪ੍ਰਭ ਇੱਕ ਖੇਲ ਉਪਾਇਆ, ਕੋਇ ਨਾ ਕਿਸੀ ਜਿਹਾ ਉਪਾਇਆ। ਉਸ ਨੇ ਇੱਕ ਵਰਗਾ ਜੀਵ ਨਹੀਂ ਦੂਜਾ ਪੈਦਾ ਕੀਤਾ ਹੈ। ਫਿਰ ਆਪਣੇ ਵਰਗਾ ਦੂਜਾ ਪਰਮਾਤਮਾ ਕਿਵੇਂ ਪੈਦਾ ਕਰ ਸਕਦਾ ਹੈ? ਸੋ ਉਹ ਪਰਮਾਤਮਾ ਇੱਕੋ ਹੀ ਹੈ, ਜਿਹਦੇ ਵਰਗਾ ਕੋਈ ਦੂਜਾ ਹੋਰ ਹੈ ਨਹੀਂ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਨਾ ਉਹਦੇ ਵਰਗਾ ਕੋਈ ਦੂਜਾ ਰੱਬ ਸੀ, ਨਾ ਕੋਈ ਹੋਵੇਗਾ। ਉਹ ਆਪਣੇ ਵਰਗਾ ਇੱਕੋ ਹੀ ਹੈ। ਇੱਕ ਓੰਕਾਰ ਪਰਮਾਤਮਾ ਇੱਕ ਹੈ। ਸਤਿਗੁਰ ਪ੍ਰਸਾਦ, ਗੁਰੂ ਕਿਰਪਾ ਨਾਲ, ਗੁਰੂ ਦੀ ਪ੍ਰਸੰਨਤਾ ਦੇ ਨਾਲ ਜੇ ਆਪਾਂ ਸੇਵਾ ਕਰਾਂਗੇ, ਸਿਮਰਨ ਕਰਾਂਗੇ, ਗੁਰੂ ਦੀ ਖੁਸ਼ੀ ਪ੍ਰਾਪਤ ਕਰਾਂਗੇ, ਫਿਰ ਉਹ ਪਰਮਾਤਮਾ ਪ੍ਰਾਪਤ ਹੁੰਦਾ ਹੈ। ਰੇ ਮਨ ਟਹਿਲ ਹਰ ਸੁਖ ਸਾਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹੇ ਮਨਾ, ਹਰੀ ਦੀ ਟਹਿਲ ਜਿਹੜੀ ਹੈ ਸਾਰਿਆਂ ਸੁੱਖਾਂ ਨੂੰ ਦੇਣ ਵਾਲੀ ਹੈ। ਜੇ ਤੂੰ ਸੁੱਖ ਲੈਣਾ ਚਾਹੁੰਦਾ ਨਾ, ਦੁਨਿਆਵੀ ਸੁੱਖ ਚਾਹੀਦੇ, ਪਰਮਾਰਥ ਸੁੱਖ ਚਾਹੀਦੇ, ਉਹਦੇ ਵਾਸਤੇ ਹਰੀ ਪਰਮੇਸ਼ਰ ਦੀ ਟਹਿਲ ਕਰਨੀ, ਇਹ ਸਾਰਿਆਂ ਸੁੱਖਾਂ ਨੂੰ ਦੇਣ ਵਾਲੀ ਹੈ। ਇਸ ਕਰਕੇ ਭਾਈ ਹਰੀ ਪਰਮੇਸ਼ਰ ਦੀ ਟਹਿਲ ਕਰਿਆ ਕਰ ਮੇਰਿਆ ਮਨਾ, ਸੇਵਾ ਕਰਿਆ ਕਰ, ਜੋ ਸਾਰਿਆਂ ਸੁੱਖਾਂ ਨੂੰ ਦਿੰਦੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਰੇ ਮਨ ਟਹਿਲ ਹਰ ਸੁਖ ਸਾਰ। ਐ ਮਨਾ, ਜਿਹੜੀ ਹਰੀ ਦੀ ਟਹਿਲ ਕਰਨੀ ਹੈ ਨਾ ਪਰਮੇਸ਼ਰ ਦੀ, ਇਹ ਸਾਰ ਕਹੀਏ ਸ੍ਰੇਸ਼ਟ ਸੁੱਖਾਂ ਨੂੰ ਦੇਣ ਵਾਲੀ। ਸ੍ਰੇਸ਼ਟ ਸਾਰੇ ਸੁੱਖ ਦੁਨਿਆਵੀ ਵੀ ਮਿਲ ਜਾਂਦੇ। ਹਰੀ ਦੀ ਟਹਿਲ ਕੀ ਹੈ? ਜਿਹੜਾ ਨਾਮ ਜਪਣਾ ਹੈ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਇਹ ਨਾਮ ਜਪਣਾ ਹੀ ਸੇਵਾ ਹੈ। ਜਿਨ੍ਹਾਂ ਨੇ ਨਾਮ ਜਪਿਆ, ਭਗਤ ਧਰੂ ਜੀ ਵਰਗਿਆਂ ਨੇ ਬਾਅਦ ਵਿੱਚ ਆਖਿਆ ਹੈ, ਪਰਮਾਤਮਾ ਸਾਨੂੰ ਰਾਜ ਵੀ ਨਹੀਂ ਚਾਹੀਦਾ ਹੈ। ਪਰ ਪਰਮਾਤਮਾ ਨੇ ਆਖਿਆ, ਨਹੀਂ, ਰਾਜ ਭਾਗ ਦਾ ਸੁੱਖ ਤੇ ਹੁਣ ਦੇਵਾਂਗੇ। ਇਸ ਤਰ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਹੈ ਨਾਮ ਜਪ ਕੇ, ਉਹਨਾਂ ਨੂੰ ਪਰਮਾਤਮਾ ਵੱਲੋਂ ਫਿਰ ਬੇਅੰਤ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਅਵਰ ਟਹਿਲਾਂ ਝੂਠੀਆਂ। ਮਹਾਰਾਜ ਕਹਿਣ ਲੱਗੇ, ਬਾਕੀ ਦੁਨੀਆ ਦੀਆਂ ਟਹਿਲਾਂ ਸੇਵਾਵਾਂ ਜਿਹੜੀਆਂ ਝੂਠੀਆਂ ਨੇ। ਟਹਿਲਾਂ ਕਹੀਏ ਆਪਾਂ ਦੁਨੀਆ ਦੀ ਖੁਸ਼ਾਮਦ ਕਰਦੇ ਰਹਿਣ। ਆਪਾਂ ਆਪਣੇ ਜੀਵਨ ਵੱਲ ਵੇਖ ਲਈਏ, ਜਨਮ ਤੋਂ ਲੈ ਕੇ ਮੌਤ ਤੱਕ ਕੋਈ ਨਾ ਕੋਈ ਬੰਦਾ ਸੇਵਾ ਕਿਸੇ ਨਾ ਕਿਸੇ ਦੀ ਖਿਦਮਤ ਕਰਦਾ ਹੀ ਰਹਿੰਦਾ ਹੈ। ਇਹ ਮੇਰਾ ਬੌਸ ਹੈ, ਇਹ ਮੇਰਾ ਵੱਡਾ ਹੈ, ਇਹ ਮੇਰੇ ਤੋਂ ਛੋਟਾ ਹੈ, ਇਹ ਮੇਰਾ ਫਲਾਣਾ ਰਿਸ਼ਤੇਦਾਰ ਹੈ, ਨਾਰਾਜ਼ ਨਾ ਹੋ ਜਾਵੇ। ਬੰਦਾ ਦੁਨਿਆਵੀ ਰਿਸ਼ਤੇ ਨਿਭਾਉਣ ਵਾਸਤੇ ਕਿ ਰਿਸ਼ਤੇ ਬਣੇ ਰਹਿਣ, ਹਰ ਵੇਲੇ ਸੇਵਾ ਵਿੱਚ ਲੱਗਾ ਰਹਿੰਦਾ, ਗੁਲਾਮ ਬਣ ਕੇ, ਨੌਕਰ ਬਣ ਕੇ ਆਪਣੀਆਂ ਇੱਛਾਵਾਂ ਤੱਕ ਮਾਰ ਲੈਂਦਾ ਹੈ ਕਿ ਦੂਜਾ ਮੇਰੇ 'ਤੇ ਖੁਸ਼ ਰਵੇ ਜਾਂ ਸੁਖੀ ਰਵੇ, ਮੇਰਾ ਕੋਈ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਇਹ ਅਵਰ ਟਹਿਲਾਂ ਝੂਠੀਆਂ। ਇਹ ਦੁਨੀਆ ਦੀਆਂ ਹੋਰ ਟਹਿਲ ਸੇਵਾਵਾਂ ਕਮਾਈਆਂ ਝੂਠੀਆਂ ਹੀ ਨੇ। ਕਿਵੇਂ ਝੂਠੀਆਂ ਨੇ? ਤੂੰ ਸਾਰੀ ਉਮਰ ਕਿਸੇ ਬੰਦੇ ਦਾ ਜਿੰਨਾ ਮਰਜ਼ੀ ਪਾਣੀ ਭਰਦਾ ਰਹਿ, ਜਿੰਨੀ ਮਰਜ਼ੀ ਸੇਵਾ ਕਰਦਾ ਰਹਿ, ਜਿੰਨਾ ਮਰਜ਼ੀ ਸਤ ਬਚਨ ਕਹਿ ਕੇ ਬਚਨ ਮੰਨਦਾ ਰਹਿ, ਪਰ ਜਿਸ ਦਿਨ ਤੂੰ ਇੱਕ ਬਚਨ ਨਾ ਮੰਨਿਆ ਜਾਂ ਉਹਦੀ ਉਮੀਦ 'ਤੇ ਪੂਰਾ ਨਾ ਉਤਰਿਆ, ਤੇਰੀ ਪਿਛਲੀ ਕੀਤੀ ਸਾਰੀ ਸੇਵਾ ਖੂਹ ਵਿੱਚ ਪੈ ਜਾਣੀ ਉਸੇ ਵੇਲੇ। ਮਹਾਰਾਜ ਕਹਿਣ ਲੱਗੇ, ਕੋਈ ਰਿਸ਼ਤੇਦਾਰ ਸਾਕ ਸੰਬੰਧੀ ਹੈ, ਭਾਵੇਂ ਤੂੰ ਉਹਦੀ ਹਰ ਵੇਲੇ ਮਦਦ ਕੀਤੀ ਹੋਵੇ, ਜਦੋਂ ਕੁਝ ਮੰਗਿਆ ਉਦੋਂ ਹੀ ਦਿੱਤਾ ਹੋਵੇ, ਪਰ ਜੇ ਕਿਤੇ ਇੱਕ ਵਾਰੀ ਨਹੀਂ ਨਾ ਦੇ ਸਕਿਆ, ਤੂੰ ਪਿਛਲੀ ਸਾਰੀ ਕੀਤੀ ਸੇਵਾ ਵਿਅਰਥ ਉਸੇ ਵੇਲੇ ਸਮਝੀ ਜਾਣੀ ਹੈ। ਇਹ ਸਾਡੇ ਕਦੇ ਕੰਮ ਹੀ ਨਹੀਂ ਆਇਆ, ਇਹ ਕਦੇ ਦੁੱਖ ਦੇ ਵਿੱਚ ਆ ਕੇ ਇਸਨੇ ਕਦੇ ਸਾਡੀ ਮਦਦ ਨਹੀਂ ਕੀਤੀ ਹੈ। ਫਿਰ ਇਸ ਤਰ੍ਹਾਂ ਦੇ ਬਚਨ ਸ਼ੁਰੂ ਹੋ ਜਾਂਦੇ। ਮਹਾਰਾਜ ਕਹਿਣ ਲੱਗੇ, ਅਵਰ ਟਹਿਲਾਂ ਝੂਠੀਆਂ। ਇਹ ਦੁਨਿਆਵੀ ਟਹਿਲਾਂ ਜਿਹੜੀਆਂ ਕਰਦਾ ਪਿਆ ਨਾ, ਸੇਵਾਵਾਂ ਖੁਸ਼ਾਮਦਾਂ ਕਰਨੀਆਂ, ਇਹ ਸਾਰੀਆਂ ਝੂਠੀਆਂ ਨੇ ਭਾਈ, ਇਹਨਾਂ ਵਿੱਚੋਂ ਕੁਝ ਮਿਲਦਾ ਨਹੀਂ ਹੈ। ਨਿਤ ਕਰੈ ਜਮ ਸਿਰ ਮਾਰ। ਸਗੋਂ ਨਿਤਾ ਪ੍ਰਤੀ ਜਮ ਵੀ ਸਿਰ ਵਿੱਚ ਮਾਰੇਗਾ। ਜਦੋਂ ਦੁਨੀਆ ਛੱਡ ਕੇ ਜਾਣੀ ਹੈ, ਜਮਾਂ ਦੇ ਵਸ ਪੈਣਾ ਹੈ, ਉਦੋਂ ਤੂੰ ਕਹੇਂਗਾ ਵੀ ਮੈਂ ਫਲਾਣੇ ਰਿਸ਼ਤੇਦਾਰ ਦੀ ਬੜੀ ਖੁਸ਼ਾਮਦ ਕੀਤੀ ਹੈ, ਫਲਾਣੇ ਆਪਣੇ ਮਾਲਕ ਦੀ ਬੜੀ ਖੁਸ਼ਾਮਦ ਕੀਤੀ ਹੈ। ਜਮਾਂ ਨੇ ਇਹ ਗੱਲ ਸੁਣ ਕੇ ਤੈਨੂੰ ਛੱਡਣਾ ਨਹੀਂ ਹੈ।
ਸਗੋਂ ਤੇਰੇ ਸਿਰ ਵਿੱਚ ਬਹੁਤੀ ਮਾਰ ਪੈਣੀ ਹੈ। ਜਮਾਂ ਦੇ ਕੋਲੋਂ ਡੰਡੇ ਪੈਣਗੇ, ਸਜ਼ਾਵਾਂ ਪੈਣਗੀਆਂ। ਕਿਉਂ? ਕਿਉਂਕਿ ਜਿਹੜੇ ਕੰਮ ਵਾਸਤੇ ਤੂੰ ਦੁਨੀਆ ਤੇ ਆਇਆ, ਉਹ ਸੀਗਾ ਨਾਮ ਜਪਣਾ, ਰੱਬ ਨੂੰ ਚੇਤੇ ਕਰਨਾ, ਉਹ ਤੂੰ ਕੀਤਾ ਨਹੀਂ ਹੈ। ਉਹਦੇ ਤੋਂ ਬਿਨਾਂ ਬਾਕੀ ਸੇਵਾਵਾਂ ਹੀ ਦੁਨੀਆ ਦੀਆਂ ਕਰਦਾ ਰਿਹਾ। ਇਸ ਕਰਕੇ ਫਿਰ ਜਮਾਂ ਦੇ ਵੱਲੋਂ ਬਹੁਤੀ ਭਾਰੀ ਮਾਰ ਤੇਰੇ ਸਿਰ ਵਿੱਚ ਪੈਣੀ ਹੈ। ਰਹਾਉ ਜਿਨ੍ਹਾਂ ਮਸਤਕ ਲਿਖਿਆ, ਜਿਨ੍ਹਾਂ ਗੁਰਮੁਖਾਂ ਦੇ ਮੱਥੇ ਦੇ ਉੱਪਰ ਸ੍ਰੇਸ਼ਟ ਕਰਮ ਲਿਖੇ ਹੋਏ ਨੇ, ਮੱਥੇ ਦੇ ਉੱਪਰ ਸ੍ਰੇਸ਼ਟ ਕਰਮ ਜਿਨ੍ਹਾਂ ਦੇ ਲਿਖੇ ਹੋਏ ਹਨ, ਤੇ ਮਿਲੈ ਸੰਗਾਰ, ਉਹਨਾਂ ਨੂੰ ਭਾਈ ਸੰਤਾਂ ਦਾ ਸੰਗਾਰ ਮਿਲਦਾ ਹੈ। ਸੰਗਾਰ ਕਹੀਏ ਸੰਗ, ਸੰਗਤ। ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਲਿਖੇ ਹੋਣ, ਸੰਤਾਂ ਦੀ, ਸਾਧੂਆਂ ਦੀ ਸੰਗਤ ਵੀ ਤਾਂ ਹੀ ਮਿਲਦੀ ਹੈ। ਆਪਾਂ ਗੁਰੂ ਸੰਗਤ ਵਿੱਚ ਆ ਕੇ ਬੈਠੇ ਹਾਂ, ਇਹ ਸੰਗਤ ਵੀ ਭਾਗਾਂ ਬਿਨਾਂ ਨਹੀਂ ਮਿਲਦੀ ਹੈ। ਵੱਡੇ ਭਾਗ ਜੇ ਲਿਖੇ ਨੇ ਪ੍ਰਮਾਤਮਾ ਨੇ, ਸਾਡਾ ਕੋਈ ਚੰਗਾ ਕਰਮ ਅੱਗੇ ਆਇਆ ਹੈ, ਤਾਂ ਹੀ ਅਸੀਂ ਇਹ ਗੁਰੂ ਦੀ ਸੰਗਤ ਵਿੱਚ ਆ ਕੇ ਬੈਠੇ ਹਾਂ। ਇੱਥੇ ਬੈਠਣਾ ਬੜਾ ਭਾਰੀ ਔਖਾ ਹੈ। ਪਰ ਮਹਾਰਾਜ ਕਹਿਣ ਲੱਗੇ, ਭਾਈ ਜਿਨ੍ਹਾਂ ਮਸਤਕ ਲਿਖਿਆ, ਜਿਨ੍ਹਾਂ ਦੇ ਮੱਥੇ ਦੇ ਉੱਪਰ ਸ੍ਰੇਸ਼ਟ ਭਾਗ ਲਿਖੇ ਨੇ, ਉਹ ਆ ਕੇ ਸਤ ਸੰਗਤ ਵਿੱਚ ਮਿਲਦੇ ਹਨ। ਸੰਸਾਰ ਭਉ ਜਲ ਤਾਰਿਆ, ਜਿਹੜੇ ਸੰਗਤ ਵਿੱਚ ਆ ਕੇ ਮਿਲ ਜਾਂਦੇ, ਉਹਨਾਂ ਨੂੰ ਫਿਰ ਸੰਸਾਰ ਸਮੁੰਦਰ ਤੋਂ ਇਹ ਸੰਗਤ ਤਾਰ ਦਿੰਦੀ ਹੈ। ਇਹ ਗੁਰੂ ਦੀ ਸੰਗਤ ਜਹਾਜ਼ ਹੈ ਨਾ, ਵਾਹਿਗੁਰੂ ਨਾਮ ਜਹਾਜ਼ ਹੈ। ਸੋ ਜਿਨ੍ਹਾਂ ਨੇ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਚਿੰਤਨ ਕੀਤਾ ਹੈ, ਉਹ ਗੁਰੂ ਦੇ ਜਹਾਜ਼ ਦੇ ਉੱਪਰ ਚੜ੍ਹੇ ਹੋਏ, ਸਭ ਪਰਿਵਾਰ ਚੜ੍ਹਾਇਆ ਬੇੜੇ, ਇਹ ਨਾਮ ਰੂਪੀ ਬੇੜੇ ਦੇ ਉੱਪਰ ਉਹ ਫਿਰ ਚੜ੍ਹ ਕੇ ਸੰਸਾਰ ਤੋਂ ਤਰ ਜਾਂਦੇ ਹਨ। ਹਰ ਸੰਤ ਪੁਰਖ ਅਪਾਰ, ਜਿਹੜੇ ਸੰਤ ਸ਼ਾਂਤ ਆਤਮਾ, ਅਪਾਰ ਗੁਣਾਂ ਵਾਲੇ ਹਰੀ ਵਾਹਿਗੁਰੂ ਦੇ ਸੰਤ ਹਨ, ਉਹਨਾਂ ਦੀ ਸੰਗਤ ਵਿੱਚ ਮਿਲ ਕੇ ਜਿਨ੍ਹਾਂ ਨੇ ਭਾਈ ਰੱਬ ਨੂੰ ਚੇਤੇ ਕੀਤਾ, ਪਰਮੇਸ਼ਰ ਨੂੰ, ਉਹ ਸੰਸਾਰ ਤੋਂ ਪਾਰ ਹੋ ਜਾਂਦੇ ਹਨ। ਨਿਤ ਚਰਨ ਸੇਵੋ ਸਾਧ ਕੇ, ਇਸ ਕਰਕੇ ਗੁਰਮੁਖੋ ਜਿਹੜੇ ਸਾਧੂ ਨੇ ਨਾ, ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਮਹਾਰਾਜ ਕਹਿਣ ਲੱਗੇ, ਸੇਵਾ ਕਰਨ ਵੇਲੇ ਤੇਰੇ ਮਨ ਦੀ ਅਵਸਥਾ ਜਾਂ ਤੇਰਾ ਵਿਚਾਰ ਕੀ ਹੋਣਾ ਚਾਹੀਦਾ ਹੈ, ਉਹ ਸਾਨੂੰ ਦੱਸਦੇ ਪਏ ਹਨ। ਤਜ ਲੋਭ ਮੋਹ ਵਿਕਾਰ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਾਧੂ ਦੀ ਸੰਗਤ ਕਰਦਿਆਂ ਹੋਇਆਂ, ਸੇਵਾ ਕਰਦਿਆਂ ਹੋਇਆਂ, ਤੂੰ ਆਪਣੇ ਮਨ ਦੇ ਵਿੱਚੋਂ ਲੋਭ ਨੂੰ ਛੱਡ ਦੇਣਾ ਹੈ। ਕਈ ਵਾਰੀ ਕੀ ਹੁੰਦਾ, ਗੁਰਮੁਖੋ ਸੇਵਾ ਆਪਾਂ ਸ਼ੁਰੂ ਕੀਤੀ ਨਹੀਂ ਹੈ, ਪਰ ਮਨ ਦਾ ਮਨੋਰਥ ਪਹਿਲਾਂ ਅੱਗੇ ਹੈ ਵੀ ਜੇ ਮੈਂ ਅੱਜ ਸੇਵਾ ਕਰਾਂਗਾ ਤੇ ਮੈਂ ਇਹ ਵਸਤੂ ਮੰਗ ਲਵਾਂਗਾ। ਮਹਾਰਾਜ ਕਹਿਣ ਲੱਗੇ, ਭਾਈ ਤਜ ਲੋਭ, ਸੇਵਾ ਕਰਨ ਵੇਲੇ ਲੋਭ ਨੂੰ ਛੱਡ ਦੇ ਭਾਈ। ਸੇਵਾ ਕਰਕੇ ਜੇ ਪਦਾਰਥ ਮੰਗ ਲਵੇਂਗਾ, ਫਿਰ ਮੁਕਤ ਕਿਵੇਂ ਹੋਵੇਗਾ? ਮੁਕਤ ਨਹੀਂ ਹੋਇਆ ਜਾਏਗਾ। ਇਸ ਕਰਕੇ ਬਚਨ ਇਹ ਹੈ, ਤਜ ਲੋਭ। ਸੇਵਾ ਕਰਦਿਆਂ, ਸਿਮਰਨ ਕਰਦਿਆਂ, ਸੰਗਤ ਵਿੱਚ ਆ ਕੇ ਬੈਠਦਿਆਂ, ਸਭ ਤੋਂ ਪਹਿਲਾ ਬਚਨ ਇਹ ਆ ਵੀ ਲੋਭ ਦੀ ਅਵਸਥਾ ਜਿਹੜੀ ਛੱਡ ਦੇਣਾ ਕਰ, ਕਿਉਂਕਿ ਕਰਮਾਂ ਵਿੱਚ ਲਿਖਿਆ ਸੁਤੇ ਸਿੱਧ ਪ੍ਰਾਪਤ ਹੋ ਜਾਣਾ ਹੈ। ਦੂਜਾ ਬਚਨ ਮਹਾਰਾਜ ਲਿਖਿਆ ਮੋਹ, ਇਹ ਮੋਹ ਨੂੰ ਵੀ ਛੱਡ ਦੇ ਭਾਈ, ਕਿ ਮੈਂ ਇੰਨੀ ਸੇਵਾ ਕੀਤੀ ਹੈ, ਇੰਨਾ ਸਿਮਰਨ ਕੀਤਾ ਹੈ, ਇਹਦਾ ਫਲ ਮੈਨੂੰ ਇਹ ਮਿਲ ਜਾਵੇ, ਮੇਰਾ ਫਲਾਣਾ ਰਿਸ਼ਤੇਦਾਰ ਠੀਕ ਹੋ ਜਾਵੇ, ਜਾਂ ਫਲਾਣੇ ਰਿਸ਼ਤੇਦਾਰ ਦਾ ਕਾਰਜ ਬਣ ਜਾਵੇ, ਉਹਦੀ ਥਾਂ ਤੇ ਮੈਂ ਇੰਨਾ ਜਪ ਤਪ ਕਰਾਂਗਾ। ਪਾਤਸ਼ਾਹ ਕਹਿੰਦੇ ਛੱਡ ਦੇ ਭਾਈ ਇਹਨਾਂ ਗੱਲਾਂ ਨੂੰ। ਗੁਰਮੁਖੋ ਕਈ ਵਾਰੀ ਕੀ ਹੁੰਦਾ ਹੈ, ਕੋਈ ਸਾਡਾ ਰਿਸ਼ਤੇਦਾਰ ਬਿਮਾਰ ਪੈ ਜਾਵੇ ਨਾ, ਤੇ ਕਈ ਪ੍ਰਾਣੀ ਐਸੇ ਨੇ, ਉਹ ਅਰਦਾਸ ਇਹ ਕਰਦੇ ਆ ਕੇ ਕਿ ਮਹਾਰਾਜ ਮੈਂ ਬਿਮਾਰ ਹੋ ਜਾਵਾਂ, ਉਹ ਠੀਕ ਹੋ ਜਾਵੇ। ਇੰਨਾ ਮੋਹ ਦੇ ਵਿੱਚ ਪੈ ਜਾਂਦਾ ਵਿਅਕਤੀ ਵੀ ਉਹਦੀ ਬਿਮਾਰੀ ਮੈਨੂੰ ਲਾ ਦਿਓ ਦੁੱਖ, ਅਤੇ ਉਹਨੂੰ ਤੰਦਰੁਸਤ ਕਰ ਦਿਓ। ਪਰ ਗੁਰਮੁਖੋ ਜਿਹੜਾ ਕਰਮਾਂ ਦੇ ਲਿਖਿਆ, ਉਹਦੇ ਦੁੱਖ ਸੁੱਖ ਉਹਨੂੰ ਭੋਗ ਲੈਣ ਦੇ, ਕਿਉਂ ਉਹਦੇ ਦੁੱਖ ਸੁੱਖ ਨੂੰ ਪਰੇ ਕਰਦਾ ਪਿਆ ਹੈ? ਕਿਉਂ ਉਹਦਾ ਕਰਮ ਜਿਹੜਾ ਹੈ ਉਹ ਤੂੰ ਮੇਟਣ ਤੋਂ ਰੋਕੀ ਬੈਠਾ ਹੈ। ਸੋ ਇਸ ਤਰ੍ਹਾਂ ਦਾ ਬਚਨ ਨਹੀਂ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਦੇ ਕਰਮ ਕੀਤੇ ਉਸ ਤਰ੍ਹਾਂ ਦਾ ਫਲ ਉਹ ਭੋਗਦਾ ਪਿਆ ਹੈ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਇਹ ਦੁੱਖ ਤੇ ਸੁੱਖ ਕਰਮਾਂ ਦੇ ਮੁਤਾਬਕ ਆਉਣਾ ਹੈ। ਰੋ ਵਿਚਾਰ ਇਹ ਹੈ, ਮਹਾਰਾਜ ਕਹਿਣ ਲੱਗੇ ਤਜ ਲੋਭ ਤੇ ਤਜ ਮੋਹ। ਮੋਹ ਵੀ ਛੱਡ ਦੇ ਸਾਕ ਸੰਬੰਧੀ ਰਿਸ਼ਤੇਦਾਰਾਂ ਦਾ, ਕਿ ਪ੍ਰਮਾਤਮਾ ਜੋ ਕਰਦਾ ਹੈ ਉਹ ਠੀਕ ਕਰਦਾ ਹੈ। ਇਹਨਾਂ ਵਿਕਾਰਾਂ ਨੂੰ ਛੱਡ ਕੇ ਤੇ ਫਿਰ ਸੇਵਾ ਕਰ, ਫਿਰ ਸਿਮਰਨ ਕਰ, ਤਾਂ ਤੈਨੂੰ ਪ੍ਰਾਪਤੀ ਹੋਣੀ ਹੈ। ਸਭ ਤਜੋ ਦੂਜੀ ਆਸੜੀ। ਇਸ ਕਰਕੇ ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ
ਕਿ ਵਾਹਿਗੁਰੂ ਤੋਂ ਬਿਨਾ, ਪਰਮੇਸ਼ਰ ਤੋਂ ਬਿਨਾ, ਗੁਰੂ ਤੋਂ ਬਿਨਾ ਦੂਜੀਆਂ ਆਸਾਂ ਛੱਡ ਦੇ। ਸਾਨੂੰ ਆਸ ਹੈ ਨਾ, ਕਦੇ ਕਿਸੇ ਮਿੱਤਰ ਦੀ ਹੈ, ਕਦੇ ਕਿਸੇ ਰਾਜੇ ਤੋਂ ਹੈ, ਕਦੇ ਕਿਸੇ ਰਿਸ਼ਤੇਦਾਰ ਤੋਂ ਹੈ। ਸਰਕਾਰ ਬਣਦੀ ਨਹੀਂ ਹੈ, ਪਹਿਲਾਂ ਵੱਡੇ ਵੱਡੇ ਵਾਅਦੇ ਹੋ ਜਾਂਦੇ, ਸਾਡੀ ਸਰਕਾਰ ਆਵੇਗੀ, ਅਸੀਂ ਇਸ ਤਰ੍ਹਾਂ ਕਰਾਂਗੇ। ਜਦੋਂ ਸਰਕਾਰ ਬਣ ਜਾਂਦੀ ਹੈ ਫਿਰ ਲੋਕ ਉਹਨਾਂ ਆਸਾਂ ਦੇ ਉੱਪਰ ਬੈਠੇ ਰਹਿੰਦੇ ਵੀ ਇਹਨੇ ਵਾਅਦਾ ਕੀਤਾ ਸੀ ਇਹ ਪੂਰਾ ਕਰੇਗਾ। ਜਦੋਂ ਉਹ ਸਮੇਂ ਦਾ ਹਾਕਮ ਨਹੀਂ ਪੂਰਾ ਕਰਦਾ ਫਿਰ ਨਾਰਾਜ਼ ਹੋ ਜਾਂਦੇ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਕਿ ਆਸ ਰੱਖਣੀ ਹੀ ਕਿਉਂ ਹੈ ਕਿਸੇ ਦੇ ਉੱਪਰ, ਸੋ ਆਸਾ ਤੋਂ ਪਰੇ ਹੋ ਜਾਣਾ ਕਰ ਭਾਈ। ਬਚਨ ਮਹਾਰਾਜ ਸਾਹਿਬ ਜੀਆਂ ਦਾ, ਸਭ ਤਜੋ ਦੂਜੀ ਆਸੜੀ, ਦੂਜਿਆਂ ਦੀ ਆਸ ਛਾਡੀ ਦੇ। ਮਾਨੋ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਕਿਉਂ ਬੰਦੇ ਦੀ ਆਸ ਰੱਖ ਕੇ ਬੈਠਾ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਵਾਹਿਗੁਰੂ ਤੋਂ ਬਿਨਾ ਇਹ ਸਾਰੀਆਂ ਆਸਾਂ ਛੱਡ ਦੇਣਾ ਕਰ। ਰੱਖ ਆਸ ਇੱਕ ਨਿਰੰਕਾਰ, ਆਸ ਰੱਖਣੀ ਹੈ ਤੇ ਕੇਵਲ ਪਰਮਾਤਮਾ ਦੀ ਰੱਖ, ਉਹ ਤੇਰੀ ਸਹਾਇਤਾ ਕਰੇਗਾ, ਉਹਦੇ ਬਿਨਾ ਕਿਸੇ ਨੇ ਸਹਾਇਤਾ ਨਹੀਂ ਕਰਨੀ ਹੈ। ਜਿਵੇਂ ਇੱਕ ਬਾਲਕ ਨੂੰ ਮਾਰਨ ਦਾ ਹੁਕਮ ਮਿਲਿਆ ਨਾ ਜਲਾਦਾਂ ਨੂੰ, ਵੀ ਇਸ ਬਾਲਕ ਨੂੰ ਜਾ ਕੇ ਜੰਗਲ ਵਿੱਚ ਮਾਰ ਦਿਓ। ਜਦੋਂ ਮਾਲਕ ਨੂੰ, ਬੱਚੇ ਨੂੰ ਮਾਰਨ ਲੱਗੇ ਉਹ ਜਲਾਦ, ਉਹ ਕਹਿਣ ਲੱਗਾ ਖੜ ਜਾਓ ਭਾਈ, ਪਹਿਲਾਂ ਮੈਨੂੰ ਆਪਣਾ ਰੱਬ ਨੂੰ ਚੇਤੇ ਕਰ ਲੈਣ ਦਿਓ। ਜਲਾਦ ਕਹਿਣ ਲੱਗੇ ਠੀਕ ਹੈ ਵੀ ਕਰ ਲਾ ਭਾਈ ਰੱਬ ਨੂੰ ਚੇਤੇ, ਮਾਰ ਤੇ ਤੈਨੂੰ ਦੇਣਾ ਹੀ ਹੈ। ਉਸ ਵੇਲੇ ਢੇਰੀਆਂ ਬਣਾ ਕੇ ਬੈਠ ਗਿਆ, ਮਿੱਟੀ ਦੀਆਂ ਢੇਰੀਆਂ ਬਣਾਈਆਂ ਕਈ ਤਰ੍ਹਾਂ ਦੀਆਂ, ਉਹਨਾਂ ਵੱਲ ਵੇਖਦਾ ਫਿਰ ਪੈਰ ਮਾਰ ਕੇ ਢਾਹ ਦਿੰਦਾ। ਇੱਕ ਢੇਰੀ ਨਹੀਂ ਢਾਈ, ਬਾਕੀ ਸਾਰੀਆਂ ਹੀ ਢਾਹ ਦਿੱਤੀਆਂ। ਜਲਾਦਾਂ ਨੇ ਹੈਰਾਨ ਹੋ ਕੇ ਪੁੱਛਿਆ ਇਹ ਕੀ ਕੀਤਾ ਹੈ। ਕਹਿਣ ਲੱਗਾ ਪਹਿਲਾਂ ਢੇਰੀ ਬਣਾਈ ਮਾਂ ਬਾਪ ਦੀ, ਮਾਂ ਬਾਪ ਰੱਖਿਆ ਕਰੇਗਾ, ਮਾਂ ਬਾਪ ਨੇ ਤੇ ਆਪ ਮੈਨੂੰ ਤੁਹਾਡੇ ਹਵਾਲੇ ਕਰ ਦਿੱਤਾ। ਆਸ ਸੀ ਮੈਨੂੰ ਮਾਤਾ ਪਿਤਾ ਤੋਂ ਮੈਨੂੰ ਬਚਾ ਲੈਣਗੇ, ਪਰ ਉਹ ਬਚਾ ਨਹੀਂ ਸਕੇ। ਮੈਂ ਢੇਰੀ ਢਾਹ ਹੀ ਦਿੱਤੀ ਵੀ ਇਹਨਾਂ ਦੀ ਕੀ ਆਸ ਹੈ ਜਿਹੜੇ ਮੈਨੂੰ ਬਚਾ ਨਹੀਂ ਸਕੇ। ਉਸ ਤੋਂ ਅੱਗੇ ਫਿਰ ਰਾਜੇ ਦੀ ਆਸ ਸੀ ਕਿ ਵੀ ਰਾਜਾ ਮੈਨੂੰ ਦੁੱਖ ਸੁੱਖ ਤੋਂ ਬਚਾ ਲਵੇਗਾ, ਮੈਂ ਰਾਜੇ ਦੀ ਪ੍ਰਜਾ ਹਾਂ। ਪਰ ਰਾਜਾ ਵੀ ਆਪਣੇ ਜਲਾਦਾਂ ਨੂੰ ਹੁਕਮ ਦਿੰਦਾ ਪਿਆ ਬੱਚੇ ਨੂੰ ਕਤਲ ਕਰ ਦਿਓ। ਇਸ ਕਰਕੇ ਰਾਜੇ ਵਾਲੀ ਢੇਰੀ ਵੀ ਢਾਹ ਦਿੱਤੀ ਹੈ ਵੀ ਰਾਜਾ ਤੇ ਮੈਨੂੰ ਖੁਦ ਮਰਵਾਉਣਾ ਚਾਹੁੰਦਾ ਹੈ। ਚੌਥੀ ਢੇਰੀ ਮੈਂ ਬਣਾਈ ਹੈ ਉਸ ਵੇਲੇ ਦੇਵੀ ਦੇਵਤਿਆਂ ਦੀ, ਕਿ ਇਹ ਜਦੋਂ ਕਿਤੇ ਮੁਸੀਬਤ ਆਵੇਗੀ ਮੈਂ ਦੇਵੀਆਂ ਦੀ ਪੂਜਾ ਕਰਦਾ, ਚੜਾਵੇ ਚੜਾਉਂਦਾ ਜਾ ਕੇ, ਤੇ ਜਦੋਂ ਮੁਸੀਬਤ ਆਵੇਗੀ ਦੇਵੀ ਦੇਵਤੇ ਬਚਾ ਲੈਣਗੇ। ਪਰ ਅੱਜ ਦੇਵੀ ਤੇ ਮੇਰੀ ਖੁਦ ਬਲੀ ਮੰਗਦੀ ਪਈ ਹੈ, ਤੁਸੀਂ ਮੈਨੂੰ ਵੱਢਣ ਵਾਸਤੇ ਲੈ ਆਏ ਹੋ। ਤੇ ਮੈਂ ਸੋਚਿਆ ਵੀ ਨਹੀਂ ਇਹ ਦੇਵੀ ਦੇਵਤੇ ਇਹ ਵੀ ਮਾਰਨ ਵਾਲੇ ਹੀ ਨੇ, ਇਹ ਬਚਾ ਕਰਨ ਵਾਲੇ ਨਹੀਂ। ਉਹ ਵੀ ਢੇਰੀ ਮੈਂ ਢਾਹ ਦਿੱਤੀ ਪੈਰ ਮਾਰ ਕੇ। ਜਲਾਦਾਂ ਨੇ ਪੁੱਛਿਆ ਵੀ ਇਹ ਪੰਜਵੀਂ ਢੇਰੀ ਕਿਉਂ ਨਹੀਂ ਢਾਈ, ਇਹ ਚਾਰ ਤੇ ਢਾਹ ਦਿੱਤੀਆਂ। ਤੇ ਬਾਲਕ ਕਹਿਣ ਲੱਗਾ ਇਹ ਪੰਜਵੀਂ ਢੇਰੀ ਪ੍ਰਮਾਤਮਾ ਦੀ ਹੈ, ਉਹਦਾ ਸਦਾ ਹੀ ਆਸਰਾ ਹੈ, ਉਹ ਕਦੇ ਮਾੜਾ ਹੋਣ ਹੀ ਨਹੀਂ ਦਿੰਦਾ, ਮੈਨੂੰ ਉਹਦੇ ਤੇ ਪੂਰਨ ਤੌਰ ਤੇ ਭਰੋਸਾ ਹੈ। ਇਹ ਬਚਨ ਸੁਣਦਿਆਂ ਸਾਰ ਉਹਨਾਂ ਜਲਾਦਾਂ ਨੇ ਮਨ ਵਿੱਚ ਸੋਚਿਆ ਇਹ ਬੰਦਾ ਬੱਚਾ ਜਿਹੜਾ ਹੈ ਇਹ ਕਿੰਨਾ ਰੱਬ ਦਾ ਭਗਤ, ਕਿੰਨੀ ਆਸ ਰੱਖਣ ਵਾਲਾ, ਇਹਨੂੰ ਮਾਰਨਾ ਨਹੀਂ ਚਾਹੀਦਾ, ਬੜਾ ਭਾਰੀ ਦੋਸ਼ ਪਾਪ ਲੱਗੇਗਾ। ਇਸ ਤਰ੍ਹਾਂ ਉਸ ਨੂੰ ਛੱਡਿਆ ਗਿਆ। ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਸੰਸਾਰੀ ਲੋਕ ਆਸ ਰੱਖਦੇ ਕੋਈ ਮਾਤਾ ਪਿਤਾ ਤੇ, ਕੋਈ ਰਾਜੇ ਤੇ ਰੱਖੀ ਬੈਠਾ ਹੈ, ਕੋਈ ਦੇਵੀ ਦੇਵਤਿਆਂ ਤੇ ਰੱਖੀ ਬੈਠਾ ਹੈ। ਇਹ ਸਾਰੀਆਂ ਆਸਾਂ ਜਿਹੜੀਆਂ ਝੂਠੀਆਂ। ਜੇ ਇੱਕ ਆਸ ਰੱਖਣੀ ਹੈ ਤੇ ਪ੍ਰਮਾਤਮਾ ਤੇ ਰੱਖ, ਉਹਦੀ ਆਸ ਕਦੇ ਝੂਠੀ ਨਹੀਂ ਰਹਿੰਦੀ ਹੈ। ਜਿਹੜਾ ਸ਼ਰਨ ਵਿੱਚ ਆਉਂਦਾ ਹੈ ਉਹਨੂੰ ਬਹੁਤੇ ਤੋਂ ਬਹੁਤਾ ਉਹ ਦੇ ਕੇ ਨਿਵਾਜ ਦਿੰਦਾ ਹੈ। ਇੱਕ ਭਰਮ ਭੁੱਲੇ ਸਾਖਤਾ, ਇੱਕ ਸਾਖਤ ਪੁਰਸ਼ ਉਹ ਨੇ ਜਿਹੜੇ ਭਰਮ ਦੇ ਵਿੱਚ ਭੁੱਲੇ ਹੋਏ। ਭਰਮ ਕੀ ਹੈ ਵੀ ਅਸਲ ਦੇ ਵਿੱਚ ਹੋਣਾ ਉਹ ਕੁਝ ਨਾ, ਪਰ ਪ੍ਰਤੀਤ ਹੋ ਜਾਣਾ। ਜਿਵੇਂ ਮੰਨ ਲਓ ਵੀ ਗੁਰਮੁਖੋ ਹਨੇਰੇ ਵਿੱਚ ਰੱਸੀ ਪਈ ਹੈ ਨਾ, ਵਲ ਪਾ ਕੇ ਰੱਸੀ ਸੁੱਟੀ ਹੋਈ ਹੈ, ਹਨੇਰਾ ਹੈ ਤੇ ਭਰਮ ਕੀ ਪੈ ਗਿਆ, ਇਹ ਸੱਪ ਹੈ, ਪਰ ਹੈ ਉਹ ਰੱਸੀ ਹੈ। ਐਸੇ ਤਰ੍ਹਾਂ ਗੁਰਮੁਖੋ ਸਾਨੂੰ ਜ਼ਿੰਦਗੀ ਦਾ ਭਰਮ ਪਿਆ ਹੋਇਆ ਹੈ। ਸਾਨੂੰ ਲੱਗਦਾ ਹੈ ਇਹ ਫਲਾਣਾ ਰਿਸ਼ਤੇਦਾਰ, ਇਹ ਮਿੱਤਰ, ਜਾਂ ਇਹ ਮੇਰਾ ਸਰੀਰ, ਜਾਂ ਇਹ ਮੇਰਾ ਧਨ ਪਦਾਰਥ, ਇਹ ਸਭ ਕੁਝ ਸੱਚੇ ਨੇ ਮੇਰੀ ਮਦਦ ਕਰਨ ਵਾਲੇ। ਪਰ ਗੁਰਮੁਖੋ ਹੈ ਇਹ ਇੱਕ ਭੁਲੇਖਾ ਭਰਮ ਹੀ ਹੈ। ਇਹਨਾਂ ਵਿੱਚੋਂ ਕਿਸੇ ਨੇ ਮਦਦ ਨਹੀਂ ਕਰਨੀ ਹੈ, ਕੋਈ ਮਦਦਗਾਰ ਨਹੀਂ ਹੁੰਦਾ ਹੈ। ਭਾਵੇਂ ਕਿੰਨਾ ਵੀ ਕੋਲ ਧਨ ਪਿਆ ਨਾ, ਉਹ ਬਹੁਤਾ ਧਨ ਵੀ ਤੈਨੂੰ ਕਿਸੇ ਵੇਲੇ ਸਗੋਂ ਬਿਪਤਾ ਵਿੱਚ ਪਾ ਦਿੰਦਾ ਹੈ, ਸਗੋਂ ਦੁੱਖ ਰੂਹ ਬਣ ਜਾਂਦਾ ਹੈ, ਉਹਦੇ ਵਿੱਚੋਂ ਸੁੱਖ ਨਹੀਂ ਮਿਲਦਾ ਹੈ। ਜਿਵੇਂ ਮਹਾਰਾਜਾ ਕੰਵਰ
ਨੌ ਨਿਹਾਲ ਨੂੰ ਗ੍ਰਿਫਤਾਰ ਕਰ ਲਿਆ ਸੀ ਨਾ ਡੋਗਰਿਆਂ ਨੇ, ਛੱਜਾ ਸੁੱਟ ਕੇ ਡਿਉੜੀ ਦਾ ਸਿਰ ਦੇ ਉੱਪਰ ਤੇ ਕਮਰੇ ਦੇ ਵਿੱਚ ਕੈਦ ਕਰ ਲਿਆ। ਉਸ ਵੇਲੇ ਬਥੇਰਾ ਯਤਨ ਕੀਤਾ ਆਪਣੀ ਜਾਨ ਬਚਾਉਣ ਵਾਸਤੇ ਕਿ ਡੋਗਰਿਓ ਮੇਰੇ ਕੋਲੋਂ ਰਾਜ ਲੈ ਲਓ, ਜਿੰਨਾ ਚਾਹੀਦਾ ਹੈ ਸਾਰਾ ਰਾਜ ਦੇਣ ਨੂੰ ਤਿਆਰ ਹਾਂ, ਜਿੰਨੇ ਹੀਰੇ ਮੋਤੀ ਜਵਾਹਰਾਤ ਚਾਹੀਦੇ ਲੈ ਲਓ, ਮੈਂ ਦੇਣ ਨੂੰ ਤਿਆਰ ਹਾਂ, ਜੋ ਵੀ ਚਾਹੀਦਾ ਲੈ ਲਵੋ, ਪਰ ਮੈਨੂੰ ਮਾਰਿਓ ਨਾ। ਪਰ ਉਹਨਾਂ ਡੋਗਰਿਆਂ ਨੇ ਆਖਿਆ ਸਾਨੂੰ ਇਹ ਧਨ ਪਦਾਰਥ ਹੁਣ ਨਹੀਂ ਚਾਹੀਦਾ ਹੈ, ਹੁਣ ਤੇ ਕੇਵਲ ਤੇਰੀ ਜਾਨ ਹੀ ਚਾਹੀਦੀ ਹੈ। ਸਿਰ ਵਿੱਚ ਪੱਥਰ ਮਾਰ ਕੇ ਕੰਵਰ ਨੌ ਨਿਹਾਲ ਨੂੰ ਮਾਰਿਆ, ਮਹਾਰਾਜਾ ਰਣਜੀਤ ਸਿੰਘ ਜੀਆਂ ਦੇ ਪੋਤਰੇ ਨੂੰ। ਸੋ ਮਹਾਰਾਜ ਕਹਿਣ ਲੱਗੇ ਭਾਈ ਅਸੀਂ ਭਰਮ ਦੇ ਵਿੱਚ ਪਏ ਹੋਏ ਹਾਂ ਵੀ ਸ਼ਾਇਦ ਇਹ ਧਨ ਸਾਡੀ ਰਾਖੀ ਕਰੇਗਾ, ਬਲਕਿ ਧਨ ਤੇ ਸਗੋਂ ਮੌਤ ਦਾ ਕਾਰਨ ਬਣ ਗਿਆ, ਬਿਪਤਾ ਦਾ ਕਾਰਨ ਬਣ ਗਿਆ। ਇੱਕ ਭਰਮ ਭੁੱਲੇ ਸਾਕਤਾ, ਇੱਕ ਸਾਕਤ ਪੁਰਸ਼ ਜਿਹੜੇ ਨੇ ਉਹ ਭਰਮ ਦੇ ਵਿੱਚ ਭੁੱਲੇ ਹੋਏ ਹਨ। ਬਿਨ ਗੁਰ ਅੰਧ ਅੰਧਾਰ, ਗੁਰੂ ਤੋਂ ਬਿਨਾ ਅਗਿਆਨਤਾ ਰੂਪੀ ਹਨੇਰੇ ਕਰਕੇ ਅਸੀਂ ਅੰਨੇ ਆ, ਕਿਉਂਕਿ ਗੁਰੂ ਇੱਕ ਐਸਾ ਹੈ ਜਿਹਨੇ ਸਾਨੂੰ ਗਿਆਨ ਦੇਣਾ ਹੈ। ਗੁਰੂ ਤੋਂ ਬਿਨਾ ਇਸ ਸੰਸਾਰ ਦੇ ਲੋਕ ਅਗਿਆਨਤਾ ਦੇ ਹਨੇਰੇ ਕਰਕੇ ਅੰਨੇ ਹੋ ਰਹੇ ਭਾਈ, ਇਹਨਾਂ ਨੂੰ ਸਮਝ ਹੀ ਨਹੀਂ ਹੈ ਵੀ ਦੁਨੀਆ ਵਿੱਚ ਕੀ ਕਰਨਾ ਹੈ। ਧੁਰ ਹੋਣਾ ਸੋ ਹੋਇਆ। ਮਹਾਰਾਜ ਕਹਿਣ ਲੱਗੇ ਭਾਈ ਜੋ ਧੁਰ ਤੋਂ ਲਿਖਿਆ ਨਾ ਪ੍ਰਮਾਤਮਾ ਨੇ ਮੱਥੇ ਤੇ ਲੇਖ, ਉਹ ਹੋਣਾ ਹੀ ਹੋਣਾ ਹੈ। ਭਾਵੇਂ ਮਨੁੱਖ ਕਿੰਨਾ ਵੀ ਯਤਨ ਕਰ ਲਵੇ ਕਿ ਮੈਂ ਆਪਣੇ ਮੱਥੇ ਦਾ ਲਿਖਿਆ ਹੋਇਆ ਲੇਖ ਮੈਨੂੰ ਨਾ ਭੋਗਣਾ ਪਵੇ, ਦੂਜਾ ਤੀਜਾ ਕੋਈ ਇਹਨਾਂ ਲੇਖਾਂ ਨੂੰ ਭੋਗ ਲਵੇ। ਮਹਾਰਾਜ ਕਹਿਣ ਲੱਗੇ ਧੁਰ ਹੋਵਣਾ ਸੋ ਹੋਇਆ। ਜਿਹੜਾ ਧੁਰ ਤੋਂ ਪ੍ਰਮਾਤਮਾ ਨੇ ਮੱਥੇ ਤੇ ਲੇਖ ਲਿਖਿਆ ਹੈ, ਭਾਵੇਂ ਉਹ ਚੰਗੇ ਦਾ ਹੈ, ਭਾਵੇਂ ਉਹ ਮਾੜੇ ਦਾ ਹੈ, ਭਾਵੇਂ ਉਹ ਦੁੱਖ ਰੂਪ ਹੈ, ਭਾਵੇਂ ਉਹ ਸੁਖ ਰੂਪ ਹੈ, ਉਹ ਭੋਗਣਾ ਹੀ ਪੈਣਾ ਹੈ, ਭੋਗੇ ਬਿਨਾ ਟਲੇਗਾ ਨਹੀਂ। ਐਸੀ ਹਾਲਤ ਬਣਦੀ ਹੈ। ਕੋ ਨਾ ਮੇਟਣ ਹਾਰ, ਤੇ ਗੁਰਮੁਖੋ ਫਲ ਭੋਗੇ ਤੋਂ ਬਿਨਾ ਕੋਈ ਮੇਟ ਹੀ ਨਹੀਂ ਸਕਦਾ ਹੈ। ਭਾਵੇਂ ਕੋਈ ਕਿੰਨਾ ਵੀ ਯਤਨ ਕਰ ਲਵੇ ਕਿ ਮੈਂ ਆਪਣਾ ਕਰਮ ਭੋਗਾ ਨਾ, ਭੋਗਣ ਤੋਂ ਬਿਨਾ ਹੀ ਮੇਰਾ ਬਚਾਅ ਹੋ ਜਾਵੇ, ਨਹੀਂ, ਕਰਮ ਜਿਹੜਾ ਹੈ ਉਹਨੇ ਆਪਣਾ ਫਲ ਦੇਣਾ। ਜੇ ਚੰਗਾ ਹੈ ਤੇ ਤਾਂ ਵੀ ਉਹਨੇ ਫਲ ਦੇ ਕੇ ਹੀ ਜਾਣਾ ਹੈ, ਜੇ ਮਾੜਾ ਹੈ ਤੇ ਤਾਂ ਵੀ ਉਹਨੇ ਫਲ ਦੇ ਕੇ ਜਾਣਾ ਹੈ। ਫਲ ਭੋਗੇ ਬਿਨਾ ਇਹ ਕਰਮ ਮਿਟਦਾ ਨਹੀਂ ਹੈ ਸੰਸਾਰੀ ਲੋਕਾਂ ਦਾ। ਜਿਸ ਤਰ੍ਹਾਂ ਦੇ ਕਰਮ ਕੀਤੇ ਉਵੇਂ ਦਾ ਫਲ ਇਸ ਨੂੰ ਭੋਗਣਾ ਪੈਂਦਾ ਹੈ। ਕਿੰਨੀਆਂ ਸਾਖੀਆਂ ਆਪਾਂ ਇਤਿਹਾਸ ਦੇ ਵਿੱਚ ਸਰਵਣ ਕਰਦੇ, ਦੇਵੀ ਦੇਵਤਿਆਂ ਦੀਆਂ, ਰਾਜਿਆਂ ਦੀਆਂ, ਮਹਾਰਾਜਿਆਂ ਦੀਆਂ, ਕਿ ਕਿਵੇਂ ਉਹਨਾਂ ਨੇ ਆਪਣੇ ਕਰਮਾਂ ਦੇ ਜਿਹੜੇ ਲੇਖ ਨੇ, ਦੁੱਖ ਨੇ, ਉਹਨਾਂ ਨੂੰ ਭੋਗਣਾ ਕੀਤਾ ਹੈ। ਅਗਮ ਰੂਪ ਗੋਬਿੰਦ ਕਾ, ਉਹ ਜੋ ਗੋਬਿੰਦ ਪਰਮਾਤਮਾ ਹੈ ਭਾਈ, ਉਹਦਾ ਜਿਹੜਾ ਰੂਪ ਹੈ ਨਾ, ਸਰੂਪ ਅਗਮ ਗਮਤਾ ਤੋਂ ਪਰੇ ਹੈ। ਅਨੇਕ ਨਾਮ ਅਪਾਰ, ਤੇ ਉਸ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਵੀ ਅਪਾਰ ਬੇਅੰਤ ਹੈ। ਉਹਦੇ ਨਾਮ ਦਾ ਵੀ ਕੋਈ ਅੰਤ ਨਹੀਂ ਹੈ, ਉਹਦੇ ਰੂਪ ਦਾ ਵੀ ਕੋਈ ਅੰਤ ਨਹੀਂ ਹੈ। ਧਨ ਧਨ ਤੇ ਜਨ ਨਾਨਕਾ, ਸਤਿਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਭਾਈ ਉਹ ਗੁਰਮੁਖ ਧਨ ਹਨ ਦੁਨੀਆ ਤੇ ਆਏ। ਧਨ ਹਨ, ਕਿਹੜੇ ਧਨ ਹਨ? ਪਾਤਸ਼ਾਹ ਫਰਮਾਉਂਦੇ ਹਨ, ਜਿਨ ਹਰ ਨਾਮਾ ਉਰ ਧਾਰ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਨਾਮ ਨੂੰ ਧਾਰਿਆ ਹੈ। ਧਨ 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 ਜਾਣੇ ਆਇਆ, ਉਹ ਗੁਰਮੁਖ ਧਨ ਹੈ ਦੁਨੀਆ ਤੇ ਆਇਆ, ਜਿਸ ਨੇ ਆਪ ਨਾਮ ਜਪ ਕੇ ਤਰਨਾ ਕੀਤਾ ਹੈ, ਔਰ ਜਿਹਦੀ ਸੰਗਤ ਕਰਕੇ ਸੰਗਤ ਕਰਨ ਵਾਲੇ ਤਰ ਜਾਂਦੇ। ਜੇ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਹੈ ਸੁਭਾਓ। ਰੱਬ ਦਿਆਂ ਭਗਤਾਂ ਦਾ ਦੁਨੀਆ ਤੇ ਆਉਣ ਦਾ ਪ੍ਰਯੋਜਨ ਇਹ ਹੈ ਕਿ ਜਨ ਕੈ ਸੰਗ ਚੇਤੇ ਆਵੇ ਨਾ, ਵੀ ਉਹਨਾਂ ਦੀ ਸੰਗਤ ਕਰਕੇ ਰੱਬ ਦਾ ਨਾਮ ਚੇਤੇ ਆਵੇ। ਇਸ ਕਰਕੇ ਰੱਬ ਦੇ ਭਗਤ ਦੁਨੀਆ ਤੇ ਆਉਂਦੇ ਵੀ ਆਹ ਵੇਖੋ ਭਾਈ ਅਸੀਂ ਨਾਮ ਜਪਦੇ ਪਏ ਹਾਂ, ਤੁਸੀਂ ਵੀ ਸਾਡੇ ਵੱਲ ਵੇਖ ਕੇ ਨਾਮ ਜਪੋ। ਇਸ ਤਰੀਕੇ ਦੇ ਨਾਲ ਉਹ ਗੁਰਮੁਖ ਦੁਨੀਆ ਤੇ ਆਉਂਦੇ। ਮਹਾਰਾਜ ਕਹਿਣ ਲੱਗੇ ਭਾਈ ਧਨ ਧਨ ਤੇ ਜਨ ਨਾਨਕਾ, ਉਹ ਜਿਹੜੇ ਜਨ ਗੁਰਮੁਖ ਨੇ, ਭਗਤ ਰਵਿਦਾਸ ਜੀ ਵਰਗੇ, ਭਗਤ ਧੰਨਾ ਜੀ ਵਰਗੇ ਧਨ ਹਨ ਭਾਈ, ਜਿਨ੍ਹਾਂ ਦੀ ਸੰਗਤ ਕਰਕੇ ਹੋਰਾਂ ਦਾ ਵੀ ਭਲਾ ਹੋ ਜਾਂਦਾ ਹੈ। ਹਰਨਾਮਾ ਉਰ ਧਾਰ, ਐਸੇ ਸਾਧੂਆਂ ਦੀ ਸੰਗਤ ਵਿੱਚ ਲੱਗ ਕੇ ਤੂੰ ਵੀ ਨਾਮ ਨੂੰ ਹਿਰਦੇ ਵਿੱਚ ਧਾਰਨ ਕਰ। ਮਾਲੀ ਗੌੜਾ ਮਹੱਲਾ ਪੰਜਵਾ, ਰਾਮ ਨਾਮ ਕੋ ਨਮਸਕਾਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਸ ਪ੍ਰਮਾਤਮਾ ਦਾ ਨਾਮ ਰਾਮ ਹੈ ਉਹਨੂੰ ਨਮਸਕਾਰ ਕਰ ਭਾਈ।
ਦੁਨੀਆ ਨੂੰ ਨਮਸਕਾਰਾਂ ਕਰਦਾ ਹੈ। ਜਿਵੇਂ ਆਪਾਂ ਪਹਿਲਾਂ ਬਚਨ ਸਰਵਣ ਕੀਤਾ ਹੈ ਕਿ ਤੂੰ ਕਿਸੇ ਨੂੰ 10 ਦਿਨ ਨਮਸਕਾਰ ਕੀਤੀ ਹੈ ਨਾ, ਤੇ 11ਵੇਂ ਦਿਨ ਨਹੀਂ ਕੀਤੀ ਤੇ ਉਹਦਾ ਮੂੰਹ ਫੁੱਲ ਜਾਣਾ ਉਸੇ ਵੇਲੇ। ਅੱਜ ਮੈਨੂੰ ਨਮਸਕਾਰ ਨਹੀਂ ਕੀਤੀ ਹੈ, ਪਿਛਲੇ 10 ਦਿਨਾਂ ਦਾ ਨਹੀਂ ਚੇਤਾ ਵੀ 10 ਦਿਨ ਉਹਨੇ ਕਰ ਦਿੱਤੀ ਹੈ, ਜੇ ਇੱਕ ਦਿਨ ਮੈਂ ਕਰ ਦਿਆਂਗਾ ਤੇ ਕੋਈ ਘਾਟਾ ਨਹੀਂ ਹੈ। ਪਰ ਨਹੀਂ, ਦੁਨੀਆ ਦੇ ਲੋਕ ਆਖਦੇ ਵੀ ਇਹ ਰੋਜ਼ ਮੈਨੂੰ ਸਲਾਮ ਕਰੇ ਤੇ ਤਾਂ ਹੀ ਗੱਲ ਬਣਦੀ ਹੈ। ਮਹਾਰਾਜ ਕਹਿੰਦੇ ਭਾਈ ਜੇ ਨਮਸਕਾਰ ਕਰਨੀ ਹੈ ਨਾ, ਉਹਨੂੰ ਨਮਸਕਾਰ ਕਰ ਜਿਹੜਾ ਸਾਰੀ ਦੁਨੀਆ ਨੂੰ ਬਣਾਉਣ ਵਾਲਾ। ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ, ਜਿਹਨੇ ਸਾਰੀ ਸ੍ਰਿਸ਼ਟੀ ਸਵਾਰੀ ਹੈ, ਬਣਾਈ ਹੈ। ਨਮਸਕਾਰ ਉਸ ਰਾਮ ਨੂੰ ਕਰਨਾ ਕਰ। ਜਾਸ ਜਪਤ ਹੋਵਤ ਉਧਾਰ। ਗੁਰਮੁਖੋ ਉਸ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ ਤੋਂ ਉਧਾਰ ਹੋ ਜਾਂਦਾ ਹੈ, ਸੰਸਾਰ ਤੋਂ ਤਰ ਜਾਈਦਾ ਹੈ। ਆਪਾਂ ਆਏ ਤੇ ਦੁਨੀਆ ਵਿੱਚ ਤਰਨ ਵਾਸਤੇ ਹੀ ਆ, ਪਰ ਅਸੀਂ ਸੰਸਾਰ ਵਿੱਚ ਵੈਸੇ ਡੁੱਬਦੇ ਪਏ ਹਾਂ, ਬੰਦਗੀ ਤੋਂ ਖਾਲੀ ਹੋ ਗਏ। ਪਾਤਸ਼ਾਹ ਕਹਿਣ ਲੱਗੇ ਜਾਸ ਜਪਤ, ਜਿਸ ਪਰਮਾਤਮਾ ਦਾ ਨਾਮ ਜਪਣ ਕਰਕੇ ਹੋਵਤ ਉਧਾਰ, ਤੇਰਾ ਉਧਾਰ ਹੋ ਜਾਏਗਾ, ਤੂੰ ਤਰ ਜਾਵੇਂਗਾ। ਐਸੇ ਪ੍ਰਮਾਤਮਾ ਨੂੰ ਭਾਈ ਨਮਸਕਾਰ ਕਰਨਾ ਕਰ। ਰਾਉ ਜਾਂ ਕੇ ਸਿਮਰਨ ਮਿਟਾਏ ਧੰਦ। ਜਿਸ ਪ੍ਰਮਾਤਮਾ ਦਾ ਸਿਮਰਨ ਕਰਕੇ ਧੰਦੇ ਮਿਟ ਜਾਂਦੇ। ਵੈਸੇ ਤੇ ਅਸੀਂ ਧੰਦਿਆਂ ਵਿੱਚ ਫਸੇ ਆ ਨਾ, ਜੰਜਾਲਾਂ ਵਿੱਚ ਨਿਕਲਿਆ ਹੀ ਨਹੀਂ ਜਾਂਦਾ ਹੈ। ਇੱਕ ਜੰਜਾਲ ਵਿੱਚੋਂ ਨਿਕਲੀਦਾ, ਧੰਦੇ ਵਿੱਚੋਂ ਕੋਈ ਦੂਜਾ ਫਿਰ ਬਣ ਜਾਂਦਾ, ਫਿਰ ਤੀਜਾ ਬਣ ਜਾਂਦਾ ਹੈ। ਪਰਮਾਤਮਾ ਦਾ ਨਾਮ ਧੰਦਿਆਂ ਵਿੱਚੋਂ ਕੱਢਣ ਵਾਲਾ ਹੈ। ਉਹਦੇ ਨਾਮ ਤੋਂ ਬਿਨਾਂ ਬਾਕੀ ਸੰਸਾਰ ਦੇ ਲੋਕ ਧੰਦਿਆਂ ਵਿੱਚ ਫਸਣ ਵਾਲੇ, ਬਾਕੀ ਕੀਤੇ ਹੋਏ ਜਪ ਤਪ ਧੰਦੇ ਵਿੱਚ ਫਸਾਉਣ ਵਾਲੇ। ਸੋ ਮਹਾਰਾਜ ਕਹਿਣ ਲੱਗੇ ਪਰਮਾਤਮਾ ਦਾ ਨਾਮ ਧੰਦੇ ਤੋਂ ਛਡਾਉਣ ਵਾਲਾ ਹੈ। ਕਿਸੇ ਵਿਅਕਤੀ ਨੇ ਬੜਾ ਭਾਰੀ ਜਪ ਤਪ ਕਰਕੇ ਨਾ ਤੇ ਚਿੰਤਾਮਣੀ ਲੈ ਲਈ ਰੱਬ ਦੇ ਕੋਲੋਂ, ਪਰਮਾਤਮਾ ਚਿੰਤਾਮਣੀ ਦੇ। ਪੁੱਛਿਆ ਕਾਹਦੇ ਵਾਸਤੇ? ਕਹਿੰਦਾ ਜਦੋਂ ਮੈਨੂੰ ਕੋਈ ਚਿੰਤਾ ਪਿਆ ਕਰੇਗੀ, ਕੋਈ ਲੋੜ ਪਿਆ ਕਰੇਗੀ, ਮੈਂ ਚਿੰਤਾਮਣੀ ਤੋਂ ਮੰਗ ਲਿਆ ਕਰਾਂਗਾ। ਦੇਵਤੇ ਨੇ ਚਿੰਤਾਮਣੀ ਤੇ ਦੇ ਦਿੱਤੀ ਹੈ, ਪਰ ਨਾਲ ਹੀ ਉਹਨੇ ਇਹ ਵੀ ਗੱਲ ਕਹਿ ਦਿੱਤੀ ਹੈ ਵੀ ਜਿਹੜੀ ਤੇਰੇ ਮਨ ਵਿੱਚ ਚਿੰਤਾ ਆ ਗਈ ਨਾ ਇੱਕ ਵਾਰੀ, ਤੇ ਉਹ ਉਸੇ ਵੇਲੇ ਪੂਰੀ ਹੋ ਜਾਣੀ ਹੈ। ਤੇ ਮਾੜੀ ਗੱਲ ਨਾ ਕਦੇ ਸੋਚਣੀ ਆਪਣੇ ਪ੍ਰਤੀ, ਭਾਵੇਂ ਕਿ ਚਿੰਤਾਮਣੀ ਤੂੰ ਲੈ ਲਈ ਹੈ ਤਪ ਕਰਕੇ, ਪਰ ਜੇ ਤੂੰ ਆਪਣੇ ਵਾਸਤੇ ਕੋਈ ਮਾੜਾ ਸੋਚ ਲਿਆ ਨਾ, ਤੇਰੇ ਮਨ ਵਿੱਚ ਕਿਤੇ ਆਪਣੇ ਹੀ ਵਿਚਾਰ ਮਾੜਾ ਆ ਗਿਆ, ਤੇ ਉਹ ਤੇਰੇ ਮਨ ਦੀ ਚਿੰਤਾ ਇਹਨੇ ਵਾਕਿਆ ਹੀ ਉਸੇ ਤਰ੍ਹਾਂ ਹੀ ਪੂਰੀ ਕਰ ਦੇਣੀ ਹੈ। ਕਹਿਣ ਲੱਗਾ ਠੀਕ ਹੈ, ਮੈਂ ਕਦੇ ਨਹੀਂ ਇਸ ਤਰ੍ਹਾਂ ਮਾੜਾ ਸੋਚਾਂਗਾ। ਚਿੰਤਾਮਣੀ ਦੇ ਕੋਲੋਂ ਪਦਾਰਥ ਮੰਗ ਲੈਂਦਾ, ਮੈਨੂੰ ਇਹ ਮਿਲ ਜਾਵੇ, ਇਹ ਮਿਲ ਜਾਵੇ। ਬਹੁਤੇ ਪਦਾਰਥ ਇਕੱਠੇ ਹੋ ਗਏ। ਇੱਕ ਵਾਰੀ ਬੈਠਾ ਆਪਣੇ ਘਰ ਵਿੱਚ ਸੋਚਦਾ, ਬੈਠਿਆਂ ਬੈਠਿਆਂ ਸੋਚ ਆ ਗਈ ਕਿਤੇ ਸ਼ੇਰ ਹੀ ਨਾ ਆ ਜਾਵੇ, ਕਿਤੇ ਮੈਨੂੰ ਖਾ ਹੀ ਨਾ ਲਵੇ। ਅਜੇ ਇੰਨਾ ਸੋਚਿਆ ਹੀ ਹੈ, ਝਾਟੀ ਸ਼ੇਰ ਪ੍ਰਗਟ ਹੋਇਆ। ਜਿਨੇ ਚਿੰਤਾਮਣੀ ਲਈ ਹੈ ਨਾ ਤਪ ਕਰ ਕਰਕੇ, ਤੋ ਸ਼ੇਰ ਉਸ ਨੂੰ ਖਾ ਗਿਆ। ਚਿੰਤਾਮਣੀ ਹੀ ਮੌਤ ਦਾ ਕਾਰਨ ਬਣ ਗਈ। ਮਹਾਰਾਜ ਕਹਿਣ ਲੱਗੇ ਭਾਈ ਐਸਾ ਬਚਨ ਹੈ ਕਿ ਦੁਨੀਆ ਦੇ ਲੋਕ ਤਪ ਕਰਦੇ, ਜਪ ਕਰਦੇ ਕਿ ਸਾਡੀ ਚਿੰਤਾ ਜਿਹੜੀ ਹੈ ਉਹ ਰਵੇ ਨਾ, ਸਾਨੂੰ ਦੁਨੀਆ ਦੇ ਸੁੱਖ ਪ੍ਰਾਪਤ ਹੋ ਜਾਣ ਪਦਾਰਥ। ਪਰ ਕਈ ਵਾਰੀ ਕੀ ਹੁੰਦਾ ਹੈ ਕਿ ਲਿਆ ਹੋਇਆ ਪਦਾਰਥ ਵੀ ਦੁੱਖ ਰੂਪ ਹੋ ਜਾਂਦਾ ਹੈ, ਨੁਕਸਾਨਦੇਹ ਹੋ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਜਾ ਕੇ ਸਿਮਰਨ ਛੁਟਾ ਹੈ ਸੋ ਬੰਦ ਧੰਦ। ਪਰਮਾਤਮਾ ਦਾ ਸਿਮਰਨ ਕਰਕੇ ਜਾ ਕੇ ਸਿਮਰਨ ਮਿਟ ਹੈ ਧੰਦ। ਉਹਦਾ ਸਿਮਰਨ ਕਰਕੇ ਸਾਰੇ ਧੰਦੇ ਛੁੱਟ ਜਾਂਦੇ ਹਨ, ਧੰਦਿਆਂ ਦੇ ਬੰਧਨ ਵਿੱਚ ਫਿਰ ਰਹਿ ਨਹੀਂ ਜਾਂਦਾ ਹੈ। ਜਾਂ ਕੈ ਸਿਮਰਨ ਛੂਟ ਹੈ ਬੰਦ। ਪਰਮਾਤਮਾ ਦਾ ਸਿਮਰਨ ਕਰਕੇ ਬੰਧਨ ਵੀ ਛੁੱਟ ਜਾਂਦੇ। ਗੁਰਮੁਖੋ ਬੰਧਨ ਸਾਨੂੰ ਦਿਸਦੇ ਨਹੀਂ, ਸਾਨੂੰ ਇਹ ਦਿਸਦਾ ਹੈ ਵੀ ਅਸੀਂ ਜਿਵੇਂ ਆਜ਼ਾਦ ਹਾਂ। ਆਜ਼ਾਦ ਕੋਈ ਨਹੀਂ ਹਾਂ। ਕਿਸੇ ਨੂੰ ਕਾਮ ਦੇ ਬੰਧਨ ਨੇ ਰੋਕਿਆ ਹੋਇਆ, ਕੋਈ ਕ੍ਰੋਧ ਦਾ ਬੰਧਨ ਪਾ ਕੇ ਬੈਠਾ ਹੈ, ਮੋਹ ਦਾ ਬੰਧਨ ਤੇ ਸਾਰਿਆਂ ਨੂੰ ਹੀ ਪਿਆ ਹੋਇਆ। ਆਪਾਂ ਆਮ ਹੀ ਘਰ ਵਿੱਚ ਗੱਲਾਂ ਕਰਦੇ ਨਾ ਪਰਿਵਾਰ ਦੇ ਮੈਂਬਰ ਕਿ ਮੈਂ ਤੇ ਇੰਨਾ ਦੁਖੀ ਹਾਂ, ਮੇਰਾ ਜੀ ਕਰਦਾ ਘਰ ਛੱਡ ਕੇ ਚਲੇ ਜਾਵਾਂ। ਤੇ ਪੁੱਛਿਆ ਵੀ ਜਾਂਦਾ ਕਿਉਂ ਨਹੀਂ? ਕਹਿਣ ਲੱਗਾ ਪੁੱਤਰਾਂ ਦਾ ਮੋਹ ਮਾਰਦਾ, ਪੁੱਤਰਾਂ ਦਾ ਇਹ ਬੰਧਨ ਪੈ ਗਿਆ, ਹੁਣ ਛੱਡ ਕੇ ਨਹੀਂ ਜਾ ਸਕਦਾ। ਚਲੋ ਹੁਣ ਤੇ ਪੁੱਤਰ ਵੱਡੇ ਹੋ ਗਏ, ਹੁਣ ਹੀ ਚਲੇ ਜਾ। ਕਹਿਣ ਲੱਗਾ ਹੁਣ ਪੋਤਰਿਆਂ ਦਾ ਮੋਹ ਮਾਰਦਾ, ਹੁਣ ਤਾਂ ਨਹੀਂ ਛੱਡਿਆ ਜਾਂਦਾ ਹੈ। ਇਹ ਬੰਧਨ ਪਏ ਹੋਏ ਨੇ, ਕਿਸੇ ਨੂੰ ਪੁੱਤਰ ਦਾ ਹੈ, ਕਿਸੇ ਨੂੰ ਪੋਤਰੇ ਦਾ ਹੈ, ਕਿਸੇ ਨੂੰ ਰਿਸ਼ਤੇਦਾਰੀ ਦਾ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਇਹ ਬੰਧਨ ਜਿਹੜੇ ਨੇ ਇਹ ਵੀ ਛੁੱਟ ਜਾਣਗੇ, ਤਾਂ ਛੁੱਟਣਗੇ ਜਿਸ ਵੇਲੇ ਉਹਦੇ ਸਿਮਰਨ ਨੂੰ ਕਰਦਾ ਹੈ। ਜਾਂ ਕੈ ਸਿਮਰਨ ਮੂਰਖ ਚਤੁਰ। ਪਰਮਾਤਮਾ ਦਾ ਸਿਮਰਨ ਕਰਕੇ ਜਿਹੜੇ ਮੂਰਖ ਨੇ ਨਾ ਭਾਈ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਇਹ ਸਿਧਰਾ ਹੈ,
ਪਰਮਾਤਮਾ ਦਾ ਸਿਮਰਨ ਕਰਕੇ ਸਿਧਰੇ ਵੀ ਸਿਆਣੇ ਹੋ ਜਾਂਦੇ, ਐਸੇ ਸਿਆਣੇ ਹੋ ਜਾਂਦੇ ਕਿ ਉਹਨਾਂ ਦੀਆਂ ਫਿਰ ਦੁਨੀਆ ਉਦਾਹਰਨਾਂ ਦਿੰਦੀ ਹੈ। ਇਹ ਸਿਮਰਨ ਦੀ ਤਾਕਤ ਹੈ। ਜਿਨ੍ਹਾਂ ਨੇ ਸੱਚੇ ਦਿਲੋਂ ਪਰਮਾਤਮਾ ਨੂੰ ਚੇਤੇ ਕੀਤਾ ਹੈ, ਪਰਮਾਤਮਾ ਫਿਰ ਉਹਨਾਂ ਵਾਸਤੇ ਬੌੜੀ ਕਰਦਾ ਹੈ ਤੇ ਉਹਨਾਂ ਨੂੰ ਫਿਰ ਸਿਆਣੇ ਵੀ ਬਣਾ ਦਿੰਦਾ ਹੈ। ਆਪਣੇ ਨੇੜੇ ਹੀ ਨਗਰ ਬਣਿਆ ਨਾ ਪੰਜੂਖਰਾ ਸਾਹਿਬ, ਇੱਥੇ ਰਹਿੰਦਾ ਹੈ ਨਾ ਇੱਕ ਛੱਜੂ ਝੀਵਰ ਨਾਮ ਦਾ ਕਮਲਾ ਵਿਅਕਤੀ ਵਿਚਾਰਾ। ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਮਹਾਰਾਜ ਨੇ ਇਹਦੇ ਸੀਸ ਦੇ ਉੱਪਰ ਛਟੀ ਰੱਖ ਕੇ ਗੀਤਾ ਦੇ ਅਰਥ ਕਰਵਾਏ। ਕਮਲੇ ਨੂੰ ਇੰਨਾ ਸਿਆਣਾ ਬਣਾ ਦਿੱਤਾ, ਵੱਡੇ ਵੱਡੇ ਵਿਦਵਾਨ ਪੰਡਤ ਵੀ ਉਹਦੇ ਸਾਹਮਣੇ ਕੰਨਾਂ ਨੂੰ ਹੱਥ ਲਾਉਂਦੇ ਪਏ ਵੀ ਇਹਦੇ ਵਰਗੀ ਵਿਦਵਤਾ ਨਹੀਂ ਹੈ। ਮਹਾਰਾਜ ਕਹਿਣ ਲੱਗੇ ਭਾਈ ਇਹ ਹੈ ਪਰਮਾਤਮਾ ਦੇ ਸਿਮਰਨ ਦੀ ਦਾਤ ਕਿ ਉਹਦਾ ਸਿਮਰਨ ਮੂਰਖਾਂ ਨੂੰ ਵੀ ਚਤੁਰ ਕਰ ਦਿੰਦਾ ਹੈ, ਮੂਰਖਾਂ ਨੂੰ ਵੀ ਸਿਆਣੇ ਬਣਾ ਦਿੰਦਾ ਹੈ। ਐਸੀਆਂ ਦਾਤਾਂ ਮਿਲਦੀਆਂ ਹਨ। ਜਾਂ ਕੈ ਸਿਮਰਨ ਕੁਲ ਹੈ ਉਦਰ। ਗੁਰਮੁਖੋ ਸਿਮਰਨ ਕਰਕੇ ਕੁਲਾਂ ਦਾ ਉਧਾਰ ਹੋ ਜਾਂਦਾ ਹੈ। ਸਾਰੀਆਂ ਕੁਲਾਂ ਹੀ ਤਰ ਜਾਂਦੀਆਂ, ਖਾਨਦਾਨ ਤਰ ਜਾਂਦਾ ਹੈ। ਸਿਮਰਨ ਦੀ ਐਸੀ ਮਹਿਮਾ ਹੈ। ਦੁਨੀਆ ਦੇ ਵਿੱਚ ਆਪਾਂ ਪੜ੍ਹਾਈ ਕਰਦੇ ਹਾਂ, ਸਾਨੂੰ ਇੱਕ ਬੰਦੇ ਨੂੰ ਨੌਕਰੀ ਮਿਲੇਗੀ ਜਿਹਨੇ ਪੜ੍ਹਾਈ ਕੀਤੀ ਹੈ, ਸਾਰੇ ਖਾਨਦਾਨ ਨੂੰ ਤਾਂ ਨਹੀਂ ਨਾ ਮਿਲ ਜਾਂਦੀ ਹੈ। ਪਰ ਸਿਮਰਨ ਇੱਕ ਐਸਾ ਹੈ ਜਿਹੜਾ ਸਾਰੇ ਹੀ ਖਾਨਦਾਨ ਦਾ ਹੀ ਭਲਾ ਕਰ ਦਿੰਦਾ ਹੈ। ਵਿਦਵਾਨਾਂ ਨੇ 101 ਕੁਲਾਂ ਲਿਖੀਆਂ ਨਾਮ ਜਪਣ ਵਾਲਿਆਂ ਦੀਆਂ ਕਿ ਉਹਦੇ ਮਾਤਾ ਪਿਤਾ ਦੀਆਂ ਕੁਲਾਂ ਤਰ ਗਈਆਂ, ਭੂਆ ਦੀਆਂ ਕੁਲਾਂ ਤਰ ਗਈਆਂ, ਮਾਸੀ ਦੀਆਂ ਕੁਲਾਂ, ਭੈਣਾਂ ਦੀਆਂ ਕੁਲਾਂ, ਪੁੱਤਰਾਂ ਦੀਆਂ ਕੁਲਾਂ, ਤੇ ਉਹਨਾਂ ਦਾ ਵਰਣਨ ਕਰਕੇ ਤੇ ਜੋੜ ਕੀਤਾ। ਕਹਿਣ ਲੱਗੇ ਇਸ ਤਰ੍ਹਾਂ ਨਾਮ ਜਪਣ ਵਾਲੇ ਦੀਆਂ 101 ਕੁਲਾਂ ਦਾ ਹੀ ਉਧਾਰ ਹੋ ਜਾਂਦਾ ਹੈ। ਐਸੀ ਨਾਮ ਦੀ ਮਹਿਮਾ ਹੈ। ਬੋਲੇ ਸੋ ਨਿਹਾਲ। ਮਹਾਰਾਜ ਕਹਿਣ ਲੱਗੇ ਜਾ ਕੇ ਸਿਮਰਨ ਕੁਲ ਹੈ ਉਦਰਨ। ਪਰਮਾਤਮਾ ਦਾ ਸਿਮਰਨ ਕਰਕੇ ਭਾਈ ਕੁਲਾਂ ਦਾ ਉਧਾਰ ਹੋ ਜਾਂਦਾ ਹੈ। ਹੁਣ ਵੇਖੋ ਗੁਰਮੁਖੋ ਸਿਮਰਨ ਕਰਨ ਵਾਲਾ ਇੱਕ ਹੈ ਤੇ ਉਧਾਰ ਕਿਹਦਾ ਕਿਹਦਾ ਹੋ ਗਿਆ। ਹੁਣ ਮਾਸੀ ਦਾ ਘਰ ਵੀ ਤੇ ਵੱਖਰਾ ਹੈ, ਭੂਆ ਦਾ ਘਰ ਵੀ ਵੱਖਰਾ ਹੈ, ਭੈਣ ਦਾ ਵੀ ਆਪਣਾ ਵੱਖਰਾ ਘਰ ਬਣ ਗਿਆ ਹੈ। ਪਰ ਸਿਮਰਨ ਇੱਕ ਜਾਣਾ ਕਰਦਾ ਪਿਆ, ਉਹਦੇ ਕਰਕੇ ਦੂਜਿਆਂ ਦੇ ਵੀ ਅੱਗੇ ਖਾਨਦਾਨ ਤਰ ਗਏ, ਉਹਨਾਂ ਦਾ ਵੀ ਭਲਾ ਹੋ ਗਿਆ। ਐਸੀ ਨਾਮ ਦੀ ਵੱਡੀ ਮਹਿਮਾ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ। ਜਾਂ ਕੈ ਸਿਮਰਨ ਭਉ ਦੁਖ ਹਰੈ। ਮਹਾਰਾਜ ਕਹਿਣ ਲੱਗੇ ਭਾਈ ਪਰਮਾਤਮਾ ਦਾ ਸਿਮਰਨ ਸਾਰੇ ਤਰ੍ਹਾਂ ਦੇ ਡਰ ਖਤਮ ਕਰ ਦਿੰਦਾ ਹੈ। ਸਗਲ ਸਮਗਰੀ ਡਰ ਹੈ ਵਿਆਪੀ, ਸਾਰੀ ਦੁਨੀਆ ਡਰ ਦੇ ਵਿੱਚ ਹੈ। ਜਿਵੇਂ ਚੂਹੇ ਨੂੰ ਬਿੱਲੀ ਦਾ ਡਰ ਹੈ, ਬਿੱਲੀ ਨੂੰ ਕੁੱਤੇ ਦਾ ਡਰ ਹੈ, ਕੁੱਤੇ ਨੂੰ ਬੰਦੇ ਦਾ ਡਰ ਹੈ, ਬੰਦੇ ਨੂੰ ਮੌਤ ਦਾ ਡਰ ਹੈ। ਇਹ ਸਾਰੀ ਦੁਨੀਆ ਡਰ ਦੇ ਵਿੱਚ ਹੀ ਹੈ। ਹਰੇਕ ਨੂੰ ਕੋਈ ਨਾ ਕੋਈ ਡਰ ਬਣਿਆ ਹੋਇਆ ਹੈ। ਰੱਬ ਦਾ ਸਿਮਰਨ ਕਰਨ ਵਾਲੇ ਨੂੰ ਕੋਈ ਡਰ ਨਹੀਂ ਹੈ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਬੀਰ ਸਾਹਿਬ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ ਨਾ ਵੀ ਕਬੀਰ ਸਾਹਿਬ ਜੀ ਨੂੰ ਉਸ ਵੇਲੇ ਸਮੇਂ ਦੀ ਸਰਕਾਰ ਨੇ ਬੰਨ੍ਹ ਕੇ ਜੰਜੀਰਾਂ ਦੇ ਨਾਲ, ਸੰਗਲਾਂ ਦੇ ਨਾਲ ਚੁੱਕ ਕੇ ਗੰਗਾ ਦੇ ਵਿੱਚ ਸੁੱਟ ਦਿੱਤਾ। ਤੇ ਪਾਤਸ਼ਾਹ ਕਹਿਣ ਲੱਗੇ ਵੀ ਉਹ ਡਰਾਵਾ ਦੇਣਾ ਚਾਹੁੰਦੇ ਵੀ ਡਰ ਕੇ ਮਾਫੀ ਮੰਗ ਲਵੇ, ਪਰ ਰੱਬ ਦੇ ਭਗਤ ਨੂੰ ਕਾਹਦਾ ਕਿਸੇ ਦਾ ਡਰ ਹੈ। ਪਾਤਸ਼ਾਹ ਕਹਿੰਦੇ ਭਾਈ ਉਹ ਰੱਬ ਦਾ ਨਾਮ ਨੂੰ ਜਪਦਾ ਪਿਆ। ਤੇ ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਉਹ ਜਿਹੜੀਆਂ ਗੰਗਾ ਦੀਆਂ ਲਹਿਰਾਂ, ਐਸੀ ਛੱਲ ਆਈ ਹੈ ਪਾਣੀ ਦੀ ਕਿ ਉਸ ਪਾਣੀ ਦੀ ਛੱਲ ਨੇ ਸਗੋਂ ਕਿਰਪਾ ਇਹ ਕੀਤੀ ਹੈ ਵੀ ਉਹ ਜਿਹੜੀਆਂ ਬਣੀਆਂ ਹੋਈਆਂ ਸੋ ਗੁਰਮੁਖੋ ਜੰਜੀਰਾਂ ਸਾਨੂੰ ਵੀ ਟੁੱਟ ਗਈਆਂ। ਸੋ ਐਸੀ ਦਾਤ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ। ਰੱਬ ਦਿਆਂ ਭਗਤਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਐਸੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਮਹਾਰਾਜ ਬਚਨ ਬਖਸ਼ਿਸ਼ ਕਰਦੇ ਫਿਰ ਫਰਮਾਉਂਦੇ ਹਨ। ਜਾਂ ਕੈ ਸਿਮਰਨ ਭਉ ਦੁਖ ਹਰੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਜਿਸ ਦਾ ਸਿਮਰਨ ਕਰਕੇ ਸਾਰੇ ਤਰ੍ਹਾਂ ਦੇ ਭਉ ਤੇ ਸਾਰੇ ਤਰ੍ਹਾਂ ਦੇ ਜਿਹੜੇ ਡਰ ਹਨ ਉਹ ਖਤਮ ਹੋ ਜਾਂਦੇ। ਸੋ ਇਸ ਤਰ੍ਹਾਂ ਦਾ ਜਿਹੜਾ ਹੈ ਉਹਨਾਂ ਗੁਰਮੁਖਾਂ ਦਾ ਜੀਵਨ ਬਣ ਜਾਂਦਾ ਹੈ ਕਿ ਉਹਨਾਂ ਦਾ ਜੀਵਨ ਜਿਹੜਾ ਹੈ ਸਿਮਰਨ ਕਰਕੇ ਨਾ ਕੋਈ ਭਉ ਰਹਿੰਦਾ ਹੈ ਤੇ ਨਾ ਕੋਈ ਡਰ ਰਹਿੰਦਾ ਹੈ। ਡਰ ਵੀ ਸਾਰੇ ਮੁੱਕ ਗਏ ਅਤੇ ਭਉ ਵੀ ਸਾਰੇ ਖਤਮ ਹੋ ਗਏ। ਸਿਮਰਨ ਦੀ ਐਸੀ ਤਾਕਤ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੋ ਗੁਰਮੁਖੋ ਜਿਸ ਵੇਲੇ ਦਿੱਲੀ ਦੇ ਵਿੱਚ ਸ਼ਹਾਦਤ ਪ੍ਰਾਪਤ ਕਰਨ ਲੱਗੇ ਨਾ ਤੇ ਭਾਈ ਜੈਤਾ ਜੀ ਨੂੰ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਔਰ ਮਾਤਾ ਨਾਨਕੀ ਜੀਆਂ ਨੇ ਭੇਜਿਆ ਆਨੰਦਪੁਰ ਸਾਹਿਬ ਤੋਂ। ਕਹਿੰਦੇ ਜਾਓ ਭਾਈ ਖਬਰ ਲੈ ਕੇ ਆਇਓ ਸਤਿਗੁਰਾਂ ਦੀ ਵੀ ਦਿੱਲੀ ਵਿੱਚ ਕੀ ਵਾਕਿਆ ਵਾਪਰਦਾ ਪਿਆ ਹੈ। ਭਾਈ ਜੈਤਾ ਜੀ ਬੜੀ ਛੇਤੀ ਮੰਜ਼ਲਾਂ ਨੂੰ ਤੈਅ ਕਰਕੇ ਦਿੱਲੀ ਪਹੁੰਚ ਗਏ
ਜਾ ਕੇ ਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ। ਮਹਾਰਾਜ ਉਸ ਵੇਲੇ ਕੈਦ ਕੀਤੇ ਹੋਏ, ਸਤਿਗੁਰਾਂ ਨੂੰ ਜਾ ਕੇ ਦੱਸਿਆ, ਮਹਾਰਾਜ ਪਰਿਵਾਰ ਨੇ ਭੇਜਿਆ, ਆਪ ਹੁਕਮ ਕਰੋ ਮੈਨੂੰ ਕੋਈ। ਸਤਿਗੁਰੂ ਕਹਿਣ ਲੱਗੇ, ਭਾਈ ਜੈਤਾ ਜੀ ਅਸੀਂ ਹੁਣ ਇਹ ਆਪਣਾ ਜਿਹੜਾ ਸਰੀਰ ਹੈ, ਇਸ ਨੂੰ ਹੁਣ ਜਿਹੜਾ ਹੈ ਉਹ ਸੱਚਖੰਡ ਵਿੱਚ ਜਾ ਕੇ ਅਸੀਂ ਹੁਣ ਪਹੁੰਚਣਾ ਹੈ, ਜੋਤੀ ਜੋਤ ਸਮਾ ਜਾਣਾ ਹੈ। ਪਰ ਤੇਰੇ ਵਾਸਤੇ ਸੇਵਾ ਇਹ ਹੈ ਕਿ ਸਾਡਾ ਇਹ ਜਿਹੜਾ ਸੀਸ ਹੈ ਜਦੋਂ ਕੱਟਿਆ ਜਾਵੇਗਾ ਤੇ ਉਸ ਵੇਲੇ ਸੀਸ ਲੈ ਕੇ ਤੁਸੀਂ ਅਨੰਦਪੁਰ ਸਾਹਿਬ ਪਹੁੰਚਣਾ ਹੈ। ਸੋ ਤੁਹਾਨੂੰ ਡਰ ਦੀ ਲੋੜ ਨਹੀਂ ਹੈ, ਕੋਈ ਡਰ ਨਹੀਂ ਦੇ ਸਕੇਗਾ, ਕੋਈ ਦੇਖ ਨਹੀਂ ਸਕੇਗਾ, ਤੁਹਾਨੂੰ ਥਕਾਵਟ ਵੀ ਰੋਕ ਨਹੀਂ ਸਕੇਗੀ। ਇਹ ਵੱਡੀ ਸੇਵਾ ਤੁਸੀਂ ਕਰਨੀ ਹੈ। ਸਤ ਬਚਨ ਕਹਿ ਕੇ ਆਖਿਆ, ਮਹਾਰਾਜ ਜਿਵੇਂ ਆਪ ਜੀ ਦਾ ਹੁਕਮ ਹੈ ਐਸੇ ਤਰ੍ਹਾਂ ਹੀ ਹੋਵੇਗਾ। ਜੇ ਆਪ ਜੀ ਕਹਿੰਦੇ ਹੋ ਤੇ ਮੈਂ ਸੇਵਾ ਵਾਸਤੇ ਤਿਆਰ ਹਾਂ। ਇੱਧਰੋਂ ਔਰੰਗਜ਼ੇਬ ਕਹਿੰਦਾ ਹੈ ਕਿ ਮੁਗਲਾਂ ਦੀ ਤੇਗ ਇੰਨੀ ਤਿੱਖੀ ਹੈ ਕਿ ਇਹਦੇ ਸਾਹਮਣੇ ਕੋਈ ਖੜ ਨਹੀਂ ਸਕਦਾ ਹੈ, ਕੋਈ ਅੜ ਨਹੀਂ ਸਕਦਾ ਹੈ, ਤੇ ਇਹ ਵੱਡਿਆਂ ਵੱਡਿਆਂ ਨੂੰ ਖਤਮ ਕਰ ਦਿੰਦੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਕਿ ਭਾਵੇਂ ਤੇਰੀ ਤੇਗ ਕਿੰਨੀ ਵੀ ਤਿੱਖੀ ਹੈ ਔਰੰਗਜ਼ੇਬ, ਪਰ ਤੇਰੀ ਤੇਗ ਜਿਹੜੀ ਹੈ ਸੂਤ ਦਾ ਇੱਕ ਧਾਗਾ ਵੀ ਕੱਟ ਨਹੀਂ ਸਕਦੀ ਹੈ। ਜਦੋਂ ਔਰੰਗੇ ਨੂੰ ਇਹ ਗੱਲ ਪਤਾ ਲੱਗੀ, ਬੜਾ ਗੁੱਸਾ ਆਇਆ ਮਨ ਵਿੱਚ, ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਵੇਂ ਅਜਮਾ ਕੇ ਵੇਖ ਲੈ, ਇਸੇ ਤਰ੍ਹਾਂ ਹੀ ਹੈ। ਉਸੇ ਵੇਲੇ ਆਪਣੇ ਕਹਿ ਕੇ ਨੌਕਰਾਂ ਨੂੰ ਇੱਕ ਫੌਲਾਦ ਦੇ ਲੋਹੇ ਦੀ ਬੜੀ ਤਗੜੀ ਤੇਗ ਬਣਵਾਈ, ਬੜੀ ਮਜ਼ਬੂਤ, ਜਲਾਦਾਂ ਨੂੰ ਦਿੱਤੀ। ਕਹਿਣ ਲੱਗਾ ਵੀ ਇਹਦੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਜੋ ਧੌਣ ਹੈ, ਸੀਸ ਹੈ, ਉਸ ਨੂੰ ਕੱਟਣਾ ਹੈ। ਜਦੋਂ ਉਹ ਤੇਗ ਲੈ ਕੇ ਜਲਾਦ ਆਇਆ ਨਾ ਮਹਾਰਾਜ ਜੀਆਂ ਦੇ ਕੋਲ, ਸਤਿਗੁਰੂ ਕਹਿੰਦੇ ਇਹਦੇ ਦੁਆਲੇ ਇੱਕ ਸੂਤ ਦਾ ਧਾਗਾ ਬੰਨ੍ਹ ਦੇ, ਤਾਂ ਕਿ ਜਿਹੜਾ ਅਸੀਂ ਬਚਨ ਕੀਤਾ ਹੈ ਔਰੰਗੇ ਨੂੰ ਵੀ ਇਸ ਗੱਲ ਦਾ ਪਤਾ ਲੱਗੇ। ਸੋ ਉਸ ਵੇਲੇ ਗੁਰਮੁਖੋ ਜਲਾਦ ਨੇ ਸੂਤ ਦਾ ਧਾਗਾ ਉਸ ਤਿੱਖੀ ਧਾਰ ਵਾਲੀ ਤਲਵਾਰ ਦੇ ਨਾਲ ਬੱਧਾ ਹੈ। ਤੇ ਜਿਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਨਿਰੰਕਾਰ ਨੂੰ ਨਮਸਕਾਰ ਕਰਨ ਵਾਸਤੇ ਆਪਣੇ ਸੀਸ ਨੂੰ ਝੁਕਾਇਆ ਨਾ, ਉਸ ਵੇਲੇ ਇਸ਼ਾਰਾ ਕੀਤਾ ਜਲਾਦ ਨੂੰ ਕਿ ਤੂੰ ਆਪਣੀ ਤਲਵਾਰ ਦਾ ਵਾਰ ਕਰਨਾ ਹੈ। ਤਲਵਾਰ ਦਾ ਵਾਰ ਜਿਸ ਵੇਲੇ ਜਲਾਦ ਨੇ ਕੀਤਾ, ਤਲਵਾਰ ਨੂੰ ਜਦੋਂ ਖਿੱਚ ਕੇ ਲੈ ਕੇ ਆਇਆ ਮਹਾਰਾਜ ਸਾਹਿਬ ਜੀਆਂ ਦੀ ਧੌਣ ਦੇ ਕੋਲ ਮਾਰਨ ਵਾਸਤੇ, ਅਜੇ ਤਲਵਾਰ ਧੌਣ ਦੇ ਨੇੜੇ ਪਹੁੰਚੀ ਨਹੀਂ, ਮਹਾਰਾਜ ਜੀਆਂ ਨੇ ਆਪਣਾ ਸੀਸ ਧੜ ਤੋਂ ਪਹਿਲਾਂ ਹੀ ਜੁਦਾ ਕਰ ਲਿਆ। ਉਸੇ ਤਰ੍ਹਾਂ ਹੀ ਉਹ ਧਾਗਾ ਤਲਵਾਰ ਦੇ ਨਾਲ ਬੱਧਾ ਰਹਿ ਗਿਆ। ਜਲਾਦ ਵੇਖ ਕੇ ਬੜਾ ਹੈਰਾਨ ਹੈ, ਜਾ ਕੇ ਆਪਣੇ ਮਾਲਕ ਨੂੰ ਦੱਸਦਾ ਪਿਆ, ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਚਨ ਕੀਤੇ ਸਨ ਕਿ ਮੁਗਲਾਂ ਦੀ ਤੇਗ ਤੇ ਇੱਕ ਧਾਗਾ ਨਹੀਂ ਕੱਟ ਸਕਦੀ ਹੈ, ਗੁਰੂ ਦਾ ਸਿਰ ਕੱਟਣਾ ਤੇ ਦੂਰ ਦੀ ਗੱਲ ਹੈ। ਔਰੰਗਜ਼ੇਬ ਜੀ, ਗੁਰੂ ਨੇ ਆਪਣਾ ਸੀਸ ਤੇ ਆਪ ਹੀ ਜੁਦਾ ਕਰ ਲਿਆ ਹੈ, ਤੇਰੀ ਤਲਵਾਰ ਤੇ ਪਹੁੰਚ ਹੀ ਨਹੀਂ ਸਕੀ ਹੈ। ਆ ਵੇਖ, ਉਸੇ ਤਰ੍ਹਾਂ ਹੀ ਧਾਗਾ ਬੱਧਾ ਹੋਇਆ। ਔਰੰਗਾ ਵੇਖ ਕੇ ਬੜਾ ਹੈਰਾਨ ਹੋਇਆ ਕਿ ਜੋ ਮਹਾਰਾਜ ਨੇ ਬਚਨ ਕੀਤੇ ਵਾਕਿਆ ਹੀ ਉਹ ਪਾਤਸ਼ਾਹ ਨੇ ਪੂਰੇ ਕਰਕੇ ਵਿਖਾਏ। ਭਾਈ ਜੈਤਾ ਜੀ ਉਹ ਸੀਸ ਲੈ ਕੇ ਛੇਤੀ ਦੇ ਨਾਲ ਫਿਰ ਆ ਕੇ ਅਨੰਦਪੁਰ ਸਾਹਿਬ ਪਹੁੰਚੇ ਸਨ। ਭਾਵੇਂ ਕਿ ਰਸਤੇ ਵਿੱਚ ਕਈ ਤਰ੍ਹਾਂ ਦੇ ਨਾਕੇ ਲੱਗ ਗਏ, ਪਹਿਰੇ ਲੱਗ ਗਏ, ਪਰ ਗੁਰੂ ਪਾਤਸ਼ਾਹ ਦੇ ਬਚਨਾਂ ਦੇ ਨਾਲ ਕੋਈ ਭੈ ਨਹੀਂ ਹੈ, ਕੋਈ ਡਰ ਨਹੀਂ ਹੈ, ਕੋਈ ਥਕਾਵਟ ਨਹੀਂ ਹੈ। ਸਤਿਗੁਰਾਂ ਦੇ ਕੋਲ ਪਹੁੰਚਿਆ, ਮਹਾਰਾਜ ਜੀਆਂ ਨੇ ਸੀਸ ਲਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ, ਹੇ ਰੰਗਰੇਟੇ ਗੁਰ ਕੇ ਬੇਟੇ, ਰਹੋ ਪੰਥ ਕੇ ਸੰਗ ਸਮੇਟੇ। ਐਸਾ ਬਚਨ ਕਹਿ ਕੇ ਆਪਣੇ ਗਲ ਨਾਲ ਲਾ ਲਿਆ। ਮਹਾਰਾਜ ਨੇ ਆਪਣੇ ਪੁੱਤਰ ਹੋਣ ਦਾ ਵਰ ਭਾਈ ਜੈਤਾ ਜੀ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਾਂ ਤੇ ਖਾਲਸੇ ਨੂੰ ਆਪਣਾ ਪੁੱਤਰ ਆਖਿਆ ਹੈ ਤੇ ਜਾਂ ਆਖਿਆ ਭਾਈ ਜੈਤਾ ਜੀ ਨੂੰ। ਐਸੀ ਸੇਵਾ ਵਿੱਚ ਲੱਗੇ ਰਹੇ। ਮਹਾਰਾਜ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਭਾਈ ਜੈਤਾ ਤੋਂ ਭਾਈ ਜੀਵਨ ਸਿੰਘ ਬਣ ਕੇ ਚੜ੍ਹਦੀ ਕਲਾ ਵਾਲੇ ਐਸੇ ਸਿੰਘ ਬਣੇ। ਮਹਾਰਾਜ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਪਏ, ਭਾਈ ਜੈਤਾ ਵੀ ਨਾਲ ਹੀ ਮਹਾਰਾਜ ਦੇ ਕਿਲਾ ਛੱਡ ਕੇ ਤੁਰਿਆ ਹੈ। ਚਲਦਿਆਂ ਚਲਦਿਆਂ ਜਦੋਂ ਮਹਾਰਾਜ ਦੇ ਸਰਸਾ ਤੋਂ ਪਿੱਛੇ ਨੇ, ਉਸ ਵੇਲੇ ਭਾਈ ਜੈਤਾ ਜੀ ਨੂੰ ਕੋਲ ਖੜਿਆ ਵੇਖ ਕੇ ਮਹਾਰਾਜ ਕਹਿੰਦੇ, ਭਾਈ ਜੈਤਾ ਜੀ ਜਾਓ, ਥੋੜਾ ਜੰਗ ਦੇ ਪਿੱਛੇ ਜਾਓ। ਬਾਬਾ ਅਜੀਤ ਸਿੰਘ ਜੀ ਲੜਦੇ ਪਏ ਜੰਗ ਮੈਦਾਨ ਦੇ ਵਿੱਚ, ਉਹਨਾਂ ਨੂੰ ਬੁਲਾ ਕੇ ਸਾਡੇ ਕੋਲ ਲੈ ਕੇ ਆਓ। ਜਦੋਂ ਇਹ ਬਚਨ ਆਖਿਆ ਤੇ ਉਸ ਵੇਲੇ ਭਾਈ ਜੈਤਾ ਜੀ ਨੇ ਹੱਥ ਜੋੜ ਕੇ ਆਖਿਆ, ਕਹਿਣ ਲੱਗੇ, ਮਹਾਰਾਜ ਤੁਹਾਡੀ ਕਿਰਪਾ ਹੋਵੇ ਤੇ ਮੈਂ ਬਾਬਾ ਅਜੀਤ ਸਿੰਘ ਨੂੰ ਜੰਗ ਦੇ ਵਿੱਚੋਂ ਲੈ ਕੇ ਇੱਥੋਂ ਤੱਕ ਤੁਹਾਡੇ ਤੱਕ ਜ਼ਰੂਰ ਆਵਾਂਗਾ। ਮਹਾਰਾਜ ਸਰਸਾ ਖਲੋਤੇ ਹੋਏ ਉਸ ਵੇਲੇ
ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿਣ ਲੱਗੇ ਭਾਈ ਜੈਤਾ ਜੀ ਤੁਹਾਡੇ ਮਨ ਦੀ ਇਹ ਮੁਰਾਦ ਪੂਰੀ ਹੋਵੇਗੀ, ਸੋ ਤੁਸੀਂ ਰਸਤੇ ਵਿੱਚ ਤੁਹਾਨੂੰ ਕੋਈ ਰੋਕ ਹੀ ਨਹੀਂ ਸਕੇਗਾ। ਐਸਾ ਨਿਡਰਤਾ ਨਾਲ ਜੰਗ ਕਰੋ। ਬਾਬਾ ਅਜੀਤ ਸਿੰਘ ਨੂੰ ਲੈ ਕੇ ਆਓ। ਨਾਲ ਹੀ ਬਚਨ ਕੀਤਾ ਭਾਈ ਜੈਤਾ ਜੀ ਤੁਹਾਡਾ ਇਹ ਅਖੀਰਲਾ ਸਥਾਨ ਇੱਥੇ ਹੀ ਹੈ, ਇਦੋਂ ਗਾਂਹ ਤੁਹਾਡੀ ਯਾਤਰਾ ਨਹੀਂ ਹੈ, ਇੱਥੇ ਤੁਸੀਂ ਆ ਕੇ ਸਰੀਰ ਨੂੰ ਛੱਡ ਦੇਣਾ ਹੈ। ਸਤ ਬਚਨ ਕਹਿ ਕੇ ਸੇਵਾ ਵਿੱਚ ਲੱਗਿਆ। ਗੁਰੂ ਕਾ ਸਿੱਖ ਬਾਬਾ ਅਜੀਤ ਸਿੰਘ ਜੀਆਂ ਨੂੰ ਜੰਗ ਮੈਦਾਨ ਦੇ ਵਿੱਚੋਂ ਲੜਦਿਆਂ ਕੱਢ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਤੱਕ ਲੈ ਕੇ ਆਂਦਾ, ਸਰਸਾ ਦੇ ਤੱਕ। ਆਪ ਲੜਦਿਆਂ ਹੋਇਆਂ ਭਾਈ ਜੈਤਾ ਜੀ ਦੁਸ਼ਮਣ ਦੇ ਆਹੂ ਲਾਉਂਦਿਆਂ ਹੋਇਆਂ ਵੱਡੀ ਭਾਰੀ ਫੌਜ ਨੂੰ ਰੋਕ ਕੇ ਲੜਦਿਆਂ ਆਪ ਸ਼ਹਾਦਤ ਦਾ ਜਾਮ ਪੀ ਗਏ। ਐਸੇ ਨੇ ਭਾਈ ਜੈਤਾ ਜੀ ਜਿਨ੍ਹਾਂ ਦਾ ਅੰਮ੍ਰਿਤ ਛਕ ਕੇ ਨਾਮ ਭਾਈ ਜੀਵਨ ਸਿੰਘ ਬਣਿਆ ਹੈ। ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ ਜਾ ਕੇ ਸਿਮਰਨ ਭਉ ਦੁਖ ਹਰੈ। ਗੁਰੂ ਦਾ ਤੇ ਸਿਮਰਨ ਹੀ ਇਹੋ ਜਿਹਾ ਭਾਈ, ਚੇਤੇ ਕਰਨਾ, ਨਾ ਭਉ ਰਹਿ ਜਾਂਦਾ ਹੈ, ਨਾ ਕੋਈ ਦੁੱਖ ਰਹਿ ਜਾਂਦਾ ਹੈ। ਡਰ ਵੀ ਖਤਮ ਹੋ ਜਾਂਦੇ, ਦੁੱਖ ਵੀ ਖਤਮ ਹੋ ਜਾਂਦੇ ਹਨ। ਜਾਂ ਕੈ ਸਿਮਰਨ ਅਪਦਾ ਟਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਿਸ ਦਾ ਸਿਮਰਨ ਕਰਕੇ ਆਪਦਾ ਕਹੀਏ ਦੁੱਖ ਬਿਪਤਾ ਟਲ ਜਾਂਦੀ ਹੈ। ਸਿਮਰਨ ਵਿੱਚ ਐਸੀ ਵੱਡੀ ਤਾਕਤ ਹੈ, ਜੇ ਕੋਈ ਬਿਪਤਾ ਪੈਣ ਵਾਲੀ ਵੀ ਹੈ ਨਾ ਤੇ ਸਿਮਰਨ ਉਸ ਬਿਪਤਾ ਨੂੰ ਵੀ ਟਾਲ ਦਿੰਦਾ ਹੈ, ਬਲਕਿ ਸੂਲੀ ਤੋਂ ਸੂਲ ਕਰ ਦਿੰਦਾ ਹੈ। ਇਹ ਪ੍ਰਮਾਤਮਾ ਦੀ ਬੰਦਗੀ ਦੀ ਸੋ ਕਹਿ ਲਈਏ ਕਿਰਪਾ ਹੈ ਕਿ ਜੇ ਕਿਸੇ ਸਮੇਂ ਸੂਲੀ ਤੇ ਵੀ ਚੜ੍ਹਨਾ ਹੈ ਨਾ ਤੇ ਸਿਮਰਨ ਕਰਕੇ ਉਹ ਸੂਲੀ ਵੀ ਸੂਲ ਬਣ ਜਾਂਦੀ, ਕੰਡਾ ਬਣ ਜਾਂਦੀ ਹੈ। ਇਸ ਤਰ੍ਹਾਂ ਪ੍ਰਮਾਤਮਾ ਵੱਡੀ ਤੋਂ ਵੱਡੀ ਵਿਪਤਾ ਨੂੰ ਟਾਲ ਦਿੰਦਾ ਹੈ। ਜਾਂ ਕੈ ਸਿਮਰਨ ਮੁਚਿਤ ਪਾਪ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਜਿਸ ਦਾ ਸਿਮਰਨ ਕਰਕੇ ਜਿਹੜੇ ਪਾਪ ਨੇ ਉਹ ਮੁਚਿਤ ਕਹੀਏ ਨਾਸ ਹੋ ਜਾਂਦੇ। ਇਹ ਸਾਨੂੰ ਜਿਹੜਾ ਸਰੀਰ ਮਿਲਿਆ ਨਾ ਤੇ ਸਰੀਰ ਦੇ ਨਾਲ ਸਾਨੂੰ ਰੋਗ ਲੱਗੇ ਨੇ, ਜਾਂ ਸਾਨੂੰ ਸੁੱਖ ਮਿਲਿਆ ਜਾਂ ਸਾਨੂੰ ਦੁੱਖ ਮਿਲਿਆ, ਇਹ ਸਾਰੇ ਸਾਡੇ ਕਰਮਾਂ ਕਰਕੇ ਹੀ ਮਿਲੇ। ਜਿਵੇਂ ਦਾ ਕਰਮ ਕੀਤਾ ਉਵੇਂ ਦਾ ਸਾਨੂੰ ਇਹ ਸਰੀਰ ਮਿਲ ਗਿਆ ਤੇ ਸਰੀਰ ਦੇ ਨਾਲ ਹੀ ਗੁਰਮੁਖੋ ਉਵੇਂ ਦੇ ਹੀ ਸਾਨੂੰ ਦੁੱਖ ਸੁੱਖ ਮਿਲੇ। ਪਰ ਪਾਤਸ਼ਾਹ ਕਹਿੰਦੇ ਜਦੋਂ ਤੂੰ ਨਾਮ ਜਪੇਂਗਾ ਨਾ, ਗੁਰੂ ਕਿਆ ਸਿੱਖਾ ਜਪਜੀ ਸਾਹਿਬ ਦਾ ਪਾਠ ਕਰੇਂਗਾ। ਕਈ ਵਾਰ ਕੀ ਹੁੰਦਾ ਵੀ ਆਪਾਂ ਪਾਠ ਤੇ ਰੋਜ਼ ਕਰਦੇ ਜਪਜੀ ਸਾਹਿਬ ਦਾ, ਸੁਖਮਨੀ ਸਾਹਿਬ ਦਾ ਵੀ ਕਰਦੇ, ਸਾਡੇ ਮਨ ਵਿੱਚ ਇਹ ਵਿਚਾਰ ਆ ਜਾਂਦੀ ਹੈ ਕਿ ਮੈਨੂੰ ਤੇ ਇਹ ਬਾਣੀ ਪੜ੍ਹ ਕੇ ਮਿਲਿਆ ਹੀ ਕੁਝ ਨਹੀਂ ਹੈ, ਦੂਜਿਆਂ ਸਾਰਿਆਂ ਨੂੰ ਸਭ ਕੁਝ ਮਿਲੀ ਜਾਂਦਾ ਹੈ। ਪਰ ਗੁਰੂ ਕਿਆ ਸਿੱਖਾ ਜੋ ਤੈਨੂੰ ਨਹੀਂ ਦਿਸਦਾ ਉਹ ਇਹ ਹੈ ਕਿ ਤੂੰ ਪਤਾ ਨਹੀਂ ਕਿੰਨੇ ਜਨਮਾਂ 'ਚ ਕਿੰਨੇ ਕੁ ਪਾਪ ਕੀਤੇ ਹੋਏ। ਜਦੋਂ ਤੂੰ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਤੂੰ ਕਦੇ ਮਤਾ ਹੀ ਇਹ ਨਾ ਸੋਚ ਲੈ ਵੀ ਮੈਨੂੰ ਮਿਲਿਆ ਕੁਝ ਨਹੀਂ ਹੈ। ਜਪਜੀ ਸਾਹਿਬ ਦੀ ਗੁਰਬਾਣੀ ਨੇ ਪਤਾ ਨਹੀਂ ਤੇਰੇ ਕਿੰਨੇ ਕੁ ਪਾਪ ਨਾਸ ਕਰ ਦਿੱਤੇ। ਤੂੰ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ ਹੈ, ਪਤਾ ਨਹੀਂ ਕਿੰਨੇ ਕੁ ਤੇਰੇ ਮਾੜੇ ਕਰਮ ਨਾਸ ਹੋ ਗਏ। ਤੂੰ ਦੂਜਿਆਂ ਦੇ ਵੱਲ ਤੇ ਵੇਖਦਾ ਵੀ ਫਲਾਣੇ ਨੂੰ ਬੜੀ ਛੇਤੀ ਮਿਲ ਗਿਆ ਹੈ, ਜਿਹੜੀ ਉਹਨੇ ਵਸਤੂ ਮੰਗੀ ਹੈ ਮੈਨੂੰ ਨਹੀਂ ਮਿਲੀ ਹੈ। ਪਰ ਬਚਨ ਇਹ ਹੈ ਵੀ ਉਹਦਾ ਕਰਮ ਤੇ ਤੇਰਾ ਕਰਮ ਵੱਖਰਾ ਹੈ ਨਾ। ਹੋ ਸਕਦਾ ਉਹਨੇ ਇੱਕ ਪਾਪ ਕੀਤਾ ਤੇ ਤੂੰ 50 ਕੀਤੇ ਹੋਣ। ਪਰ ਗੁਰਬਾਣੀ ਜਿਹੜੀ ਖਾਲੀ ਨਹੀਂ ਜਾਂਦੀ ਹੈ, ਗੁਰਬਾਣੀ ਪੜ੍ਹੀ ਜਿਹੜੀ ਉਹ ਫਲ ਜ਼ਰੂਰ ਦਿੰਦੀ ਹੈ। ਇਸ ਕਰਕੇ ਪਾਤਸ਼ਾਹ ਕਹਿਣ ਲੱਗੇ ਭਾਈ ਗੁਰਬਾਣੀ ਤੇ ਸਮੂਹ ਪਾਪਾਂ ਨੂੰ ਨਾਸ ਕਰ ਦਿੰਦੀ ਹੈ। ਆਪਣੀ ਛਾਪ ਛੱਡ ਕੇ ਜਾਂਦੀ ਹੈ ਗੁਰਬਾਣੀ ਸਰੀਰ ਦੇ ਅੰਦਰ। ਜਿਵੇਂ ਜਿਵੇਂ ਤੇਰੇ ਪਾਪ ਨਾਸ ਹੋਣਗੇ ਉਵੇਂ ਉਵੇਂ ਤੇਰੇ ਦੁੱਖ ਨਾਸ ਹੋ ਜਾਂਦੇ ਹਨ। ਜਾਂ ਕੈ ਸਿਮਰਨ ਨਹੀਂ ਸੰਤਾਪ। ਪਾਤਸ਼ਾਹ ਕਹਿਣ ਲੱਗੇ ਸਿਮਰਨ ਕਰਕੇ ਸੰਤਾਪ ਕਹੀਏ ਫਿਰ ਦੁੱਖ ਵੀ ਨਹੀਂ ਹੁੰਦਾ। ਅਸੀਂ ਰਸਤੇ ਵਿੱਚ ਤੁਰੇ ਜਾਈਏ, ਮਾੜੀ ਜੀ ਕੋ ਪੈਰ ਵਿੱਚ ਵਸਤੂ ਚੁੱਭ ਜਾਵੇ ਸਾਨੂੰ ਦਰਦ ਹੁੰਦੀ ਹੈ ਨਾ। ਪਰ ਗੁਰਮੁਖੋ ਉਹਨਾਂ ਸਿੰਘਾਂ ਦਾ ਜੀਵਨ ਚੇਤੇ ਕਰੀਏ ਜਿਨ੍ਹਾਂ ਦੇ ਮਾਸ ਜਮੂਰਾਂ ਦੇ ਨਾਲ ਖਿੱਚੇ ਗਏ, ਚਰਖੜੀਆਂ ਦੇ ਉੱਪਰ ਚਾੜਿਆ ਗਿਆ, ਕੋ ਕੇ ਉਹਨਾਂ ਨੂੰ ਇਸ ਵਾਸਤੇ ਕਿ ਕਾਹਦੇ ਵਾਸਤੇ ਦੁੱਖ ਮਿਲੇ, ਦੁੱਖ ਦੇਣ ਵਾਸਤੇ ਉਹਨਾਂ ਨੂੰ ਤਸੀਹੇ ਦਿੱਤੇ ਗਏ। ਪਰ ਪਾਤਸ਼ਾਹ ਕਹਿਣ ਲੱਗੇ ਭਾਈ ਜਿਹੜੇ ਸਿਮਰਨ ਕਰਦੇ ਨੇ ਨਾ ਉਹਨਾਂ ਨੂੰ ਦੁੱਖ ਹੋ ਕੇ ਲੱਗਦਾ ਹੀ ਨਹੀਂ ਹੈ। ਦੁੱਖ ਦਾਰੂ ਸੁਖ ਰੋਗ ਭਇਆ, ਸਗੋਂ ਦੁੱਖ ਉਹਨਾਂ ਵਾਸਤੇ ਦਾਰੂ ਬਣ ਜਾਂਦਾ ਹੈ ਕਿਉਂਕਿ ਦੁੱਖ ਵਿੱਚ ਰੱਬ ਨੂੰ ਚੇਤੇ ਕੀਤਾ ਹੈ। ਐਸੀ ਦਾਤ ਪਾਉਂਦੇ ਹਨ। ਜਾਂ ਕੈ ਸਿਮਰਨ ਰਿਦ ਵਿਗਾਸ। ਪਾਤਸ਼ਾਹ ਕਹਿਣ ਲੱਗੇ ਭਾਈ ਪ੍ਰਮਾਤਮਾ ਦਾ ਸਿਮਰਨ ਕਰਕੇ ਰਿੱਧ ਵਿਗਾਸ, ਸੋ ਰਿੱਧ ਜਿਹੜਾ ਹਿਰਦਾ ਹੈ, ਵਿਗਾਸ ਕਹੀਏ ਉਹ ਖਿੜ ਜਾਂਦਾ ਹੈ। ਐਸੀ ਦਾਤ ਪ੍ਰਾਪਤ ਹੁੰਦੀ ਹੈ ਪ੍ਰਮਾਤਮਾ ਦਾ ਸਿਮਰਨ ਕਰਕੇ। ਰਿੱਧ ਕਹੀਏ ਜਿਹੜਾ ਹਿਰਦਾ ਕੌਲ ਹੈ
ਤੇਰਾ ਹਿਰਦਾ ਖਿੜ ਜਾਂਦਾ ਹੈ। ਜਾਂ ਕੈ ਸਿਮਰਨ ਕਵਲਾ ਦਾਸ। ਪਰਮਾਤਮਾ ਦਾ ਸਿਮਰਨ ਕਰਕੇ, ਕਵਲਾ ਨਾਮ ਹੈ ਗੁਰਮੁਖੋ ਲక్ష్ਮੀ ਦਾ, ਲక్ష్ਮੀ ਕਹੀਏ ਮਾਇਆ। ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਦਾ ਸਿਮਰਨ ਕਰਕੇ ਜਿਹੜੀ ਲక్ష్ਮੀ ਹੈ ਨਾ ਮਾਇਆ, ਉਹ ਵੀ ਦਾਸੀ ਬਣ ਜਾਂਦੀ, ਨੌਕਰਾਣੀ ਬਣ ਜਾਂਦੀ ਹੈ। ਜਿਵੇਂ ਆਪਾਂ ਨੌਕਰ ਨੂੰ ਕਹੀਏ ਨਾ ਵੀ ਆਹ ਕੰਮ ਕਰ, ਤੇ ਨੌਕਰ ਇਹ ਨਹੀਂ ਕਹਿ ਸਕਦਾ ਵੀ ਮੈਂ ਨਹੀਂ ਕਰਨਾ, ਉਹਨੂੰ ਕਰਨਾ ਹੀ ਪੈਣਾ, ਕਿਉਂਕਿ ਨੌਕਰ ਜੂ ਹੋਇਆ। ਫਿਰ ਇਸੇ ਤਰ੍ਹਾਂ ਜਿਹੜੀ ਇਹ ਲక్ష్ਮੀ ਹੈ ਇਹ ਵੀ ਨੌਕਰ ਬਣ ਜਾਂਦੀ ਹੈ ਰੱਬ ਦਿਆਂ ਭਗਤਾਂ ਦੀ। ਤੇ ਰੱਬ ਦਾ ਭਗਤ ਕਵੇ ਨਾ ਵੀ ਲక్ష్ਮੀ ਨੂੰ ਵੀ ਆਹ ਕੰਮ ਕਰ, ਤੇ ਫਿਰ ਉਹ ਨਾ ਨਹੀਂ ਕਰ ਪਾਉਂਦੀ ਵੀ ਮੈਂ ਨਹੀਂ ਕਰ ਸਕਦੀ ਹਾਂ, ਉਸੇ ਵੇਲੇ ਕਰਦੀ ਹੈ। ਪਾਤਸ਼ਾਹ ਕਹਿਣ ਲੱਗੇ ਜਾ ਕੇ ਸਿਮਰਨ ਕਵਲਾ ਦਾਸ, ਕਵਲਾ ਨਾਮ ਲక్ష్ਮੀ ਦਾ, ਲక్ష్ਮੀ ਵੀ ਦਾਸੀ ਬਣ ਜਾਂਦੀ ਹੈ ਨਾਮ ਜਪਣ ਵਾਲਿਆਂ ਦੀ, ਨੌਕਰ ਬਣ ਜਾਂਦੀ, ਹੁਕਮ ਦੇ ਵਿੱਚ ਰਹਿਣ ਲੱਗ ਪੈਂਦੀ ਹੈ। ਜਾਂ ਕੈ ਸਿਮਰਨ ਨਿਧ ਨਿਧਾਨ। ਪਰਮਾਤਮਾ ਦਾ ਸਿਮਰਨ ਕਰਕੇ ਨਿਧ ਨਿਧਾਨ ਸਾਰੀਆਂ ਨਿਧੀਆਂ ਦੇ ਖਜ਼ਾਨੇ ਪ੍ਰਾਪਤ ਹੋ ਜਾਂਦੇ। ਆਪਾਂ ਤੇ ਇੱਕ ਵਸਤੂ ਲੱਭਦੇ ਫਿਰਦੇ ਆ ਨਾ ਵੀ ਫਲਾਣੀ ਥਾਂ ਤੇ ਦੀਵਾ ਜਗਾਵਾਂਗੇ, ਫਲਾਣੀ ਥਾਂ ਤੇ ਰੁੱਖ ਨੂੰ ਪਾਣੀ ਪਾਵਾਂਗੇ ਤੇ ਆਹ ਇੱਕ ਵਸਤੂ ਮਿਲੇਗੀ। ਅਸੀਂ ਤੇ ਛੋਟੀਆਂ ਛੋਟੀਆਂ ਸੋਚਾਂ ਵਾਸਤੇ ਤੁਰੇ ਫਿਰਦੇ। ਮਹਾਰਾਜ ਕਹਿੰਦੇ ਸਿਮਰਨ ਕਰ, ਤੈਨੂੰ ਪਰਮਾਤਮਾ ਨੇ ਖਜ਼ਾਨਾ ਹੀ ਦੇ ਦੇਣਾ ਹੈ, ਤੇ ਖਜ਼ਾਨੇ ਦਾ ਮਾਲਕ ਤੂੰ ਖੁਦ ਬਣ ਜਾਣਾ ਹੈ। ਇੰਨੀਆਂ ਰਿਧੀਆਂ ਸਿੱਧੀਆਂ ਪ੍ਰਾਪਤ ਹੋਣਗੀਆਂ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ, ਐਸੇ ਖਜ਼ਾਨੇ ਪ੍ਰਾਪਤ ਹੁੰਦੇ ਹਨ। ਜਾਂ ਕੈ ਸਿਮਰਨ ਤਰੇ ਨਿਧਾਨ। ਪਾਤਸ਼ਾਹ ਕਹਿਣ ਲੱਗੇ ਭਾਈ ਪਰਮਾਤਮਾ ਦਾ ਸਿਮਰਨ ਕਰਕੇ ਨਿਦਾਨ ਕਹਿੰਦੇ ਮੂਰਖ, ਮੂਰਖ ਵੀ ਦੁਨੀਆ ਤੋਂ ਤਰ ਜਾਂਦੇ, ਸਿਮਰਨ ਐਸਾ ਹੈ। ਸੋ ਜਿਹਨੂੰ ਆਪਾਂ ਆਖਦੇ ਵੀ ਇਹ ਤੇ ਕਮਲਾ, ਇਹਨੂੰ ਦੁਨੀਆਦਾਰੀ ਦਾ ਕੀ ਪਤਾ ਹੈ। ਪਰਮਾਤਮਾ ਦਾ ਸਿਮਰਨ ਕਰਕੇ ਕਹਿੰਦੇ ਉਹ ਕਮਲੇ ਵੀ ਦੁਨੀਆ ਤੋਂ ਤਰ ਜਾਂਦੇ, ਬਲਕਿ ਹੋਰਾਂ ਕਈਆਂ ਨੂੰ ਤਾਰ ਕੇ ਦੁਨੀਆ ਤੋਂ ਲੈ ਜਾਂਦੇ। ਐਸੀ ਦਾਤ ਪ੍ਰਾਪਤ ਹੁੰਦੀ ਹੈ। ਪਤਿਤ ਪਾਵਨ ਨਾਮ ਹਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਸ ਹਰੀ ਦਾ ਨਾਮ ਜਿਹੜਾ ਉਹ ਪਤਿਤ ਪਾਵਨ ਹੈ। ਪਤਿਤ ਕਹੀਏ ਜਿਹੜੇ ਡਿੱਗੇ ਹੋਏ, ਗਿਰੇ ਹੋਏ, ਬਿਲਕੁਲ ਨੀਚ ਪਾਪੀ ਲੋਕ, ਉਹਨਾਂ ਨੂੰ ਵੀ ਪਰਮਾਤਮਾ ਦਾ ਨਾਮ ਪਤਿਤ ਪਾਵਨ ਕਰ ਦਿੰਦਾ, ਪਵਿੱਤਰ ਕਰ ਦਿੰਦਾ ਹੈ। ਨਾਮ ਐਸਾ ਹੈ ਪਾਪੀਆਂ ਨੂੰ ਵੀ ਪਵਿੱਤਰ ਬਣਾ ਦਿੰਦਾ ਹੈ। ਕੋਟ ਭਗਤ ਉਧਾਰ ਕਰੀ। ਪਰਮਾਤਮਾ ਦੇ ਨਾਮ ਨੇ ਕਰੋੜਾਂ ਹੀ ਭਗਤਾਂ ਨੂੰ ਉਧਾਰ ਦਿੱਤਾ ਹੈ। ਕਰੋੜਾਂ ਹੀ, ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਜਿਨ੍ਹਾਂ ਜਿਨ੍ਹਾਂ ਨੇ ਸਾਡੇ ਤੋਂ ਪਹਿਲਾਂ ਨਾਮ ਜਪਿਆ ਹੈ ਉਹਨਾਂ ਦਾ ਉਧਾਰ ਹੋ ਗਿਆ ਹੈ। ਜਿਹੜੇ ਸਾਡੇ ਤੋਂ ਬਾਅਦ ਵਿੱਚ ਵੀ ਜਪਣਗੇ ਉਹਨਾਂ ਦਾ ਵੀ ਹੋ ਜਾਏਗਾ। ਕਰੋੜਾਂ ਦਾ ਹੀ ਉਧਾਰ ਕਰਨ ਵਾਲਾ ਪਰਮਾਤਮਾ ਹੈ, ਐਸੀ ਉਸ ਦੀ ਸਮਰੱਥਾ ਹੈ। ਫਿਰ ਫਰਮਾਉਂਦੇ ਹਨ ਕੋਟ ਭਗਤ ਉਧਾਰ ਕਰੀ। ਕਰੀ ਨਾਮ ਗੁਰਮੁਖੋ ਹਾਥੀ ਦਾ ਹੈ। ਜਿਵੇਂ ਆਪਾਂ ਕੱਲ ਪਰਸੋਂ ਸਾਖੀ ਸਰਵਣ ਕੀਤੀ ਸੀ ਵੀ ਇੱਕ ਹਾਥੀ ਪਾਣੀ ਪੀਣ ਗਿਆ ਤੇ ਉਸ ਦਾ ਪ੍ਰਮਾਤਮਾ ਨੇ ਭਲਾ ਕਰ ਦਿੱਤਾ ਸੀ, ਤਾਰ ਦਿੱਤਾ ਹੈ। ਜਿਵੇਂ ਉਸ ਹਾਥੀ ਨੂੰ ਤਾਰਿਆ ਹੈ, ਐਸੇ ਤਰ੍ਹਾਂ ਰੱਬ ਦੇ ਆ ਭਗਤਾਂ ਨੂੰ ਰੱਬ ਜਿਹੜਾ ਹੈ ਨਾਮ ਜਪਣ ਵਾਲਿਆਂ ਨੂੰ ਤਾਰ ਦਿੰਦਾ ਹੈ। ਹਰ ਦਾਸ ਦਾਸਾ ਦੀਨ ਸਰਣ। ਇਸ ਕਰਕੇ ਭਾਈ ਦੀਨ ਸ਼ਰਨ, ਗਰੀਬਾਂ ਦਾ ਆਸਰਾ ਜੋ ਹਰੀ ਹੈ, ਉਸ ਦੇ ਦਾਸਾਂ ਦਾ ਜੋ ਦਾਸ ਹੈ, ਸੋ ਕਹਿਣ ਲੱਗੇ ਉਸ ਦੀ ਸ਼ਰਨ ਵਿੱਚ ਪੈਣਾ ਕਰੋ। ਨਾਨਕ ਮਾਥਾ ਸੰਤ ਚਰਨ। ਸੰਤਾਂ ਦੇ ਹੋਣ ਚਰਨ ਤੇ ਮੇਰੇ ਵਰਗੇ ਦਾ ਹੋਵੇ ਮੱਥਾ, ਤੇ ਇਹ ਮੱਥਾ ਜਾ ਕੇ ਸੰਤਾਂ ਦੇ ਚਰਨਾਂ ਤੇ ਲੱਗੇ ਤਾਂ ਕਿ ਸਾਡਾ ਮਸਤਕ ਸਫਲਾ ਹੋ ਜਾਵੇ। ਉਹ ਮੱਥਾ ਸਫਲਾ ਹੈ, ਉਹ ਸੀਸ ਸਫਲਾ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਲੱਗਦਾ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਨਾਨਕ ਮਾਥਾ ਸੰਤ ਚਰਨ, ਜਿਹੜੇ ਸੰਤਾਂ ਦੇ ਪਵਿੱਤਰ ਚਰਨ ਹਨ ਉਹਨਾਂ ਦੇ ਨਾਲ ਸੰਤਾਂ ਦਾ ਮੱਥਾ, ਸੰਤਾਂ ਦੇ ਚਰਨਾਂ ਤੇ ਜਾ ਕੇ ਦਾਸਾਂ ਦਾ ਸੀਸ ਝੁਕੇ ਤਾਂ ਕਿ ਉਹ ਸੀਸ ਜਿਹੜਾ ਹੈ ਸਫਲਾ ਹੋ ਜਾਵੇ, ਐਸੀ ਦਾਤ ਪ੍ਰਾਪਤ ਹੋਵੇ। ਹਰ ਦਾਸਾਂ ਦਾਸ ਦੀਨ ਸਰਨ। ਮਹਾਰਾਜ ਅਸੀਂ ਤੁਹਾਡੇ ਦਾਸਾਂ ਦੇ ਦਾਸ, ਅਸੀਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ। ਸੋ ਕਿਰਪਾ ਕਰੋ ਕਿ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਕੇ ਆਪਣੇ ਸਾਧੂਆਂ ਦੇ ਚਰਨਾਂ ਦੀ ਦਾਤ ਦਿਓ ਤਾਂ ਕਿ ਸਾਡਾ ਭਲਾ ਹੋਵੇ। ਇਹ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲੇ ਦੀਆਂ ਦਾਤਾਂ ਉਪਦੇਸ਼ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀਆਂ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਦਿਓ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਓ ਮੇਲ। ਹਰ ਦਾਸ ਦਾਸਾ ਦੀਨ ਸਰਣ, ਨਾਨਕ ਮਾਥਾ ਸੰਤ ਚਰਨ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। 9 ਵਜੇ ਗੋਲ ਕੀ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਘਰ ਦੀਆਂ ਕਾਰ ਸੇਵਾਵਾਂ ਚੱਲ ਰਹੀਆਂ ਨੇ, ਕਮਰੇ ਬਣਦੇ ਪਏ ਨੇ। ਜਿਨ੍ਹਾਂ ਸੰਗਤਾਂ ਨੇ ਆਪਣੀ ਮਾਇਆ ਦਾ ਦਸਵੰਧ ਦੇਣਾ ਹੋਵੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪ ਸੰਗਤਾਂ ਮਾਇਆ ਜਮ੍ਹਾਂ ਕਰਵਾ ਕੇ ਰਸੀਦ ਪ੍ਰਾਪਤ ਕਰ ਸਕਦੇ ਹੋ। ਨਾਲ ਬੇਨਤੀ ਹੈ ਕਿ ਅੱਜ 9 ਵਜੇ ਗੁਰੂ ਕੀ ਗੋਲਕ ਖੁੱਲ੍ਹੀ ਜਾਣੀ ਹੈ। ਜਿਨ੍ਹਾਂ ਸੰਗਤਾਂ ਕੋਲ ਸਮਾਂ ਹੋਵੇ ਉਹ ਮਾਇਆ ਦੀ ਗਿਣਤੀ ਕਰਾਉਣ ਵਾਸਤੇ ਪਹੁੰਚਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।